ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਤੁਹਾਡਾ ਸਾਰਿਆਂ ਦਾ ਸਵਾਗਤ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ। ਮੇਰੇ ਨਾਲ ਨੇ ਜਤਿੰਦਰ ਖਹਿਰਾ, ਮੈਂ ਹਾਂ ਸੰਜੀਵ ਯਸ਼ ਖੰਨਾ। ਸੋ ਖਹਿਰਾ ਸਾਹਿਬ, ਆਪਾਂ ਕੱਲ੍ਹ ਵੀ ਚਰਚਾ ਕੀਤੀ, ਅੱਜ ਫਿਰ ਉੱਦਾਂ ਹੀ ਸ਼ੁਰੂਆਤ ਕਰਦੇ ਹਾਂ। ਵਿਧਾਨ ਸਭਾ ਦਾ ਹਾਲ ਹੰਗਾਮਾ ਹੀ ਹੰਗਾਮਾ ਹੋਈ ਜਾ ਰਿਹਾ। ਕਈ ਵਾਰ ਮੈਨੂੰ ਲੱਗਦਾ ਕਿ ਸਾਡੀ ਟੈਕਸ ਪੇਅਰਸ ਦੀ ਮਨੀ ਖਰਚ ਹੁੰਦੀ ਹੈ, ਉਹ ਕਿਹੜੇ ਖੂਹ ਖਾਤੇ 'ਚ ਪਾ ਦਿੰਦੇ ਨੇ ਇਹੋ ਜਿਹੇ ਕੰਮ ਕਰਕੇ। ਮਤਲਬ ਚਾਹੇ ਵਿਰੋਧੀ ਧਿਰ ਹੋ ਤੁਸੀਂ, ਪਰ ਵਿਰੋਧ ਕਰਨ ਦਾ ਇੱਕ ਤਰੀਕਾ ਹੁੰਦਾ। ਹੰਗਾਮਾ ਕਰਕੇ ਤੁਸੀਂ ਸਾਰੀ ਕਾਰਵਾਈ ਰੋਕ ਦਿੰਦੇ ਹੋ। ਪਹਿਲੇ ਦਿਨ ਵੀ 3 ਵਾਰ ਮੁਲਤਵੀ ਹੋਈ ਹੈ। ਫਿਰ ਕਾਂਗਰਸ ਦੇ ਜਿਹੜੇ ਲੀਡਰ ਸੀ ਉਹਨਾਂ ਨੂੰ ਬਾਹਰ ਜਾਣ ਦਾ ਉਹਨਾਂ ਨੇ ਕਿਹਾ ਕਿ ਤੁਸੀਂ ਚਲੇ ਜਾਓ, ਜੇ ਹੰਗਾਮਾ ਕਰਨਾ ਸਾਰੀ ਕਾਰਵਾਈ ਰੋਕਦੇ ਪਏ ਹੋ। ਜਦੋਂ ਨਹੀਂ ਗਏ ਤਾਂ ਮਾਰਸ਼ਲਸ ਨੂੰ ਕਿਹਾ ਗਿਆ ਕਿ ਇਹਨਾਂ ਨੂੰ ਬਾਹਰ ਕੀਤਾ ਜਾਏ। ਮਾਰਸ਼ਲਸ ਵੀ ਕਾਮਯਾਬ ਨਹੀਂ ਹੋਏ, ਪਰ ਆਖਿਰ ਉਹਨਾਂ ਨੂੰ ਬਾਹਰ ਕੀਤਾ ਗਿਆ ਜਾਂ ਉਹਨਾਂ ਨੇ ਵਾਕਆਊਟ ਕੀਤਾ, ਜਿਸ ਤਰ੍ਹਾਂ ਵੀ ਤੁਸੀਂ ਉਹਨੂੰ ਲਓ। ਪਰ ਇਹ ਹੰਗਾਮਾ ਕਰਕੇ ਕਾਰਵਾਈ ਰੋਕਣਾ ਔਰ ਕਿਸੇ ਨੂੰ ਬੋਲਣ ਨਾ ਦੇਣਾ, ਕੋਈ ਬਿੱਲ ਪੇਸ਼ ਨਾ ਕਰਨ ਦੇਣਾ ਜਾਂ ਕਿਤੇ ਵੀ ਤਰ੍ਹਾਂ ਰੁਕਾਵਟ ਪੈਦਾ ਕਰਨੀ, ਇਹ ਕੋਈ ਸਿਆਣਪ ਤਾਂ ਨਹੀਂ ਲੱਗਦੀ ਜਿੱਦਾਂ ਦੀ ਹਰਕਤ। ਦੇਖੋ, ਭਾਰਤ ਦੇ ਵਿੱਚ ਅਸੀਂ ਕਹਿੰਦੇ ਆ ਕਿ ਜਿਹੜਾ ਲੋਕਤੰਤਰੀ ਮੰਦਰ ਆ, ਜਿਹਨੂੰ ਅਸੀਂ ਸਰਕਾਰਾਂ ਦੀ ਮੰਦਰ ਕਹਿੰਦੇ ਆ, ਉਹ ਵਿਧਾਨ ਸਭਾ ਆ। ਜਾਂ ਉੱਥੇ ਆਪਾਂ ਕਹਿੰਦੇ ਆ ਕਿ ਲੋਕਤੰਤਰ ਦੇ ਵਿੱਚ ਜੇ ਅਸੀਂ ਆਪਣੇ ਸੈਂਟਰ ਵੱਲੋਂ ਆ ਜਾਈਏ ਤਾਂ ਕਹਿੰਦੇ ਅਸੀਂ ਵੀ ਸਾਡੀ ਜਿਹੜੀ ਅਸੈਂਬਲੀ ਆ, ਉੱਥੇ ਜਿਹੜੀ ਲੋਕਤੰਤਰ ਆ ਜਿਹੜਾ ਸਾਡਾ, ਜਦੋਂ ਅਸੀਂ ਕਹਿੰਦੇ ਆ ਵੀ ਪੂਰੀ ਡਿਸਕਸ਼ਨਸ ਤੋਂ ਬਾਅਦ ਇਹ ਬਣਦੇ ਨੇ, ਉਹਨੂੰ ਅਸੀਂ ਕਹਿੰਦੇ ਆ ਵੀ ਮੰਦਰ ਹੋਣਾ ਚਾਹੀਦਾ, ਜਿੱਥੇ ਸਾਰੀ ਪੂਰੀ ਜਿਹੜੀ ਚਰਚਾ ਚੱਲਦੀ ਹੈ। ਇੱਥੇ ਜੇ ਸਟੇਟ ਵਾਈਜ਼ ਕਹਿ ਲਈਏ ਤਾਂ ਵਿਧਾਨ ਸਭਾ ਦੀ ਗੱਲ ਕਰਦੇ ਹਾਂ ਕਿ ਉਹ ਮੰਦਰ ਹੈ। ਪਰ ਇਹਨਾਂ ਦੋਹਾਂ ਜਗ੍ਹਾ ਦੇ ਉੱਤੇ ਜਿੰਨਾ ਅਸੀਂ ਦੇਖਿਆ ਵੀ ਇਹਨਾਂ ਦਾ ਕਲੇਸ਼ ਹੁੰਦਾ ਆ, ਇੱਕ ਦੂਸਰੇ 'ਤੇ ਕੁਰਸੀਆਂ ਚੱਲਦੀਆਂ ਆ, ਇੱਕ ਦੂਸਰੇ ਨੂੰ ਗਾਲੀ ਗਲੋਚ ਹੁੰਦਾ ਆ, ਉਹ ਕਿਸੇ ਹੋਰ ਜਗ੍ਹਾ 'ਤੇ ਨਹੀਂ ਹੁੰਦਾ। ਔਰ ਇੰਨਾ ਜ਼ਿਆਦਾ ਇੱਦਾਂ ਲੱਗਦਾ ਕਿ ਇਹ ਲੋਕ ਜਿਹੜੇ ਸਾਡੇ ਰਿਪਰੈਜ਼ੈਂਟੇਟਿਵ ਨੇ, ਇਹ ਸਭ ਤੋਂ ਜ਼ਿਆਦਾ ਜਿਹੜਾ ਨੇ ਇਹ ਚੀਜ਼ਾਂ ਨੂੰ ਜਿਹੜਾ ਆ ਇੱਧਰ ਉੱਧਰ ਕਰਕੇ ਰੱਖਦੇ ਨੇ। ਇੱਦਾਂ ਲੱਗਦਾ ਕਿ ਚੀਜ਼ਾਂ ਆਪਣੀ ਜਗ੍ਹਾ ਤੋਂ ਹਿੱਲ ਗਈਆਂ ਨੇ, ਕਿਸੇ ਹੋਰ ਜਗ੍ਹਾ ਦੇ ਉੱਤੇ ਆ ਗਈਆਂ ਨੇ। ਔਰ ਕਹਿ ਲਈਏ ਕਿ ਅਸੀਂ ਕਹਿੰਦੇ ਹੁੰਦੇ ਨਾ ਵੀ ਇਹ ਸਾਡੇ ਮਾਰਗਦਰਸ਼ਨ ਕਰਦੇ ਆ ਜੀ, ਉੱਥੇ ਬੈਠ ਕੇ ਸਾਡੇ ਲਈ ਸਲਾਹਾਂ ਕਰਦੇ ਆ। ਹੁਣ ਪੰਜਾਬ ਦੀ ਵਿਧਾਨ ਸਭਾ ਦਾ ਵੀ ਜਿਹੜਾ ਪ੍ਰਸਾਰਣ ਉਹ TV 'ਤੇ ਕਹਿੰਦੇ ਜੀ ਸਿੱਧਾ ਹੋਇਆ ਹੁੰਦਾ ਆ। ਹੁਣ ਅਸੀਂ ਇਹਨਾਂ ਦਾ ਵੀ ਦੇਖਦੇ ਹਾਂ ਕੀ ਕੁਛ ਕਰਦੇ ਆ, ਤੇ ਮਾੜੀ ਚੀਜ਼ ਆ ਜਿਹੜੀ ਕਰਨੀ ਆ। ਜੇ ਤੁਸੀਂ ਕਹਿੰਦੇ ਨਾ ਵੀ ਜਦੋਂ ਤੁਸੀਂ ਆਪਸ 'ਚ ਬੈਠ ਕੇ ਸਲਾਹ ਨਹੀਂ ਕਰ ਸਕਦੇ ਤਾਂ ਫਿਰ ਕੁਝ ਵੀ ਨਹੀਂ ਕਰ ਸਕਦੇ। ਸਿੰਪਲ ਗੱਲ ਇਹ ਹੈ, ਮਤਲਬ ਅਸੀਂ ਤੁਹਾਨੂੰ ਤਾਂ ਚੁਣਿਆ ਕਿ ਤੁਸੀਂ ਸਮਝਦਾਰ ਹੋ, ਸਮਝਦਾਰੀ ਦਿਖਾਓਗੇ, ਸਮਝਦਾਰੀ ਨਾਲ ਫੈਸਲੇ ਕਰੋਗੇ ਜੀ। ਪਰ ਆਹ ਜਿਹੜੀ ਸਿਆਣਪ ਤੁਸੀਂ ਦਿਖਾਉਂਦੇ ਹੋ ਅਨਪਾਰਲੀਮੈਂਟੇਰੀਅਨ, ਪਾਰਲੀਮੈਂਟ ਦੇ ਅੰਦਰ, ਇਹ ਤੁਹਾਡਾ ਬਿਹੇਵੀਅਰ ਆ। ਸੋ ਉਹੀ ਤੁਸੀਂ ਲੈਂਗੁਏਜ ਯੂਜ਼ ਕਰਦੇ ਹੋ। ਕਈ ਵਾਰ ਅਸੀਂ ਦੇਖੋ ਪੁਰਾਣੀ ਫੁਟੇਜ ਦੇਖੋ, ਤੂੰ ਤੜਾਕ ਤੱਕ ਆ ਜਾਂਦੇ ਵਾਕਈ। ਮਤਲਬ ਤੁਸੀਂ ਗਲੀ ਮੁਹੱਲੇ 'ਚ ਖੜੇ ਹੋ ਕੇ ਕੋਈ ਨਾਲੀਆਂ ਪਿੱਛੇ ਲੜਦੇ ਪਏ ਹੋ, ਇੱਦਾਂ ਦੀਆਂ ਗੱਲਾਂ ਮਤਲਬ ਨਾਟ ਟੋਲਰੇਬਲ, ਐਕਸੈਪਟੇਬਲ ਹੀ ਨਹੀਂ ਹੈ ਇਹ ਚੀਜ਼ਾਂ। ਸੋ ਇਹ ਹੋ ਰਹੀਆਂ ਨੇ। ਪਰ ਦੂਜੀ ਗੱਲ ਇਹ ਹੈ, 16 ਮੁੱਦੇ ਲੈ ਕੇ ਬੈਠੀ ਹੈ ਵਿਰੋਧੀ ਧਿਰ ਕਿ ਉਹਦੇ ਉੱਤੇ ਮਾਨ ਸਾਹਿਬ ਨੇ ਕੀ ਕੀਤਾ, ਠੀਕ ਆ। ਅਤੇ ਮਾਨ ਸਾਹਿਬ ਨੇ 6 ਮਹੀਨੇ ਦੇ ਅੰਦਰ ਕੀ ਕਾਰਗੁਜ਼ਾਰੀ ਕੀਤੀ, ਔਰ ਇਹਦੇ ਨਾਲ ਆਪਣੀਆਂ ਜਦੋਂ ਸਰਕਾਰਾਂ ਸੀ ਉਹਦੇ ਮੁਕਾਬਲੇਬਾਜ਼ੀ ਕਰਦੇ ਨੇ ਕਿ ਅਸੀਂ ਇੱਦਾਂ ਕੀਤਾ, ਤੁਸੀਂ ਲੋਕ ਐਸ਼ਪ੍ਰਸਤੀ ਕਰਦੇ ਪਏ ਹੋ ਸਰਕਾਰੀ ਖਜ਼ਾਨੇ ਦੇ ਉੱਤੇ, ਸਰਕਾਰੀ ਖਜ਼ਾਨੇ ਨੂੰ ਰੱਜ ਕੇ ਲੁੱਟਦੇ ਪਏ ਹੋ, ਉਹਦਾ ਮਿਸਯੂਜ਼ ਕਰਦੇ ਪਏ ਹੋ। ਹੁਣ ਜੇ ਕੋਈ ਇਹਨਾਂ ਨੂੰ ਪੁੱਛੇ ਤੁਸੀਂ ਕੀ ਕੀਤਾ ਸੀ ਆਪਣੇ ਵੇਲੇ, ਆਪਣੇ ਗਰੀਬਾਨ ਵਿੱਚ ਤਾਂ ਮੂੰਹ ਪਾ ਕੇ ਦੇਖੋ। ਤੁਹਾਨੂੰ ਸਰਕਾਰਾਂ ਨੂੰ ਹਰਾਇਆ, ਤੁਹਾਨੂੰ ਹਰਾ ਕੇ ਘਰ ਬਿਠਾ ਦਿੱਤਾ ਪਬਲਿਕ ਨੇ, ਇਹਨਾਂ ਨੂੰ ਚੁਣਿਆ। ਕੋਈ ਤਾਂ ਗੱਲ ਹੋਏਗੀ ਨਾ ਜਿਸ ਕਰਕੇ ਤੁਹਾਨੂੰ ਨਹੀਂ ਚੁਣਿਆ ਗਿਆ। ਖੈਰ, ਜੇ ਇਹ ਵੀ ਇਹੋ ਜਿਹੇ ਕੰਮ ਕਰਨਗੇ ਤਾਂ ਇਹਨਾਂ ਨੂੰ ਵੀ ਅੱਗੇ ਵਾਰ ਨਹੀਂ ਚੁਣਿਆ ਜਾਏਗਾ। ਪਰ ਫਿਰ ਆਪਸ਼ਨ ਕੀ ਬਚੇਗੀ? ਲੋਕਾਂ ਕੋਲ ਕੋਈ ਆਪਸ਼ਨ ਨਹੀਂ ਹੈ। ਕਾਂਗਰਸ ਸੀ, BJP ਦਾ ਗੱਠਜੋੜ ਸੀ ਕਿਹਦੇ ਨਾਲ, ਸ਼੍ਰੋਮਣੀ ਅਕਾਲੀ ਦਲ ਨਾਲ, ਅਤੇ ਤੀਸਰਾ ਆਪਸ਼ਨ ਸਾਨੂੰ ਇਹ ਪੈਦਾ ਹੋਇਆ। ਅਸੀਂ ਇਹਨਾਂ ਨੂੰ ਚਾਂਸ ਦੇ ਕੇ ਦੇਖਿਆ, ਪਰ ਜਿੱਦਾਂ ਇਹਨਾਂ ਦਾ ਕ੍ਰਿਟਿਸਿਜ਼ਮ ਸਾਹਮਣੇ ਆ ਰਿਹਾ, ਔਰ ਅਸੀਂ ਵੈਸੇ ਵੀ ਇਹਨਾਂ ਦੀ ਕਾਰਵਾਈ ਦੇਖਦੇ ਪਏ ਹਾਂ 6 ਮਹੀਨੇ ਤੋਂ ਜਦੋਂ ਤੋਂ ਸ਼ੁਰੂ ਹੋਈ ਆ, ਤਾਂ ਉਹ ਵੀ ਕਿਤੇ ਨਾ ਕਿਤੇ ਐਕਸੈਪਟੇਬਲ ਨਹੀਂ ਲੱਗ ਰਹੀ। ਸੋ ਵਿਰੋਧੀ ਧਿਰ ਆਪਣੇ ਥਾਂ ਦੇ ਉੱਤੇ ਆਪਣੀ ਆਪਣੀ ਡਫਲੀ, ਆਪਣਾ ਆਪਣਾ ਰਾਗ ਚੱਲਦਾ ਪਿਆ, ਔਰ ਇੱਕ ਦੂਜੇ ਦੇ ਉੱਤੇ ਚਿੱਕੜ ਸੁੱਟਣਾ, ਇੱਕ ਦੂਜੇ ਦੇ ਖਿਲਾਫ ਗੱਲ ਕਰਨੀ, ਸਟੇਟਮੈਂਟਸ ਦੇਣੀਆਂ। ਬਟ ਪੰਜਾਬ ਕਿੱਥੇ ਆ? ਪੰਜਾਬ ਦੇ ਲੋਕ ਕਿੱਥੇ ਨੇ? ਪੰਜਾਬ ਦੇ ਵਾਸਤੇ ਜਿਹੜਾ ਕੰਮ ਕਰਨ ਦਾ ਤੁਸੀਂ ਵਾਅਦਾ ਕੀਤਾ, ਵਚਨ ਦਿੱਤਾ ਹੋਇਆ, ਉਹ ਕਿੱਥੇ ਆ? ਗੱਲਾਂ ਦਾ ਕੜਾ ਜਿਵੇਂ ਤੁਸੀਂ ਕਹਿੰਦੇ ਹੁੰਦੇ ਹੋ, ਉਹ ਖਵਾਈ ਜਾਓਗੇ ਕਦੋਂ ਤੱਕ? ਅੱਛਾ ਸੰਜੀਵ ਜੀ, ਗੱਲ ਤੁਹਾਡੀ ਬਿਲਕੁਲ ਸਹੀ ਆ। ਹੁਣ ਇਹੀ ਚਰਚਾ ਜਿਹੜੀ ਇਹ ਕਹਿੰਦੇ ਆ ਵੀ ਸਾਡੇ ਕੋਲ 16 ਮੁੱਦੇ ਨੇ, ਚਾਹੇ ਉਹ ਭਾਜਪਾ ਵਾਲੇ ਬਾਹਰ ਬੈਠ ਕੇ ਸੰਸਦ ਲਾਉਣ ਦੀ ਗੱਲ ਕਰਦੇ ਆ, ਚਾਹੇ ਸ਼੍ਰੋਮਣੀ ਜਿਹੜੇ ਸ਼੍ਰੋਮਣੀ ਕਮੇਟੀ ਵਾਲੇ ਆ, ਅਕਾਲੀ ਦਲ ਵਾਲੇ ਆ, ਸ਼੍ਰੋਮਣੀ ਅਕਾਲੀ ਦਲ ਵਾਲੇ ਆ, ਉਹ ਆਪਣੇ ਆਪ ਨੂੰ ਕਹਿੰਦੇ ਜੀ ਸਭ ਤੋਂ ਪੁਰਾਣੀ ਅਸੀਂ ਖੇਤਰੀ ਪਾਰਟੀਆਂ ਹੈਗੇ ਵੀ ਆ। ਚਲੋ ਕੋਈ ਇਹਦੇ 'ਚ ਆਪਾਂ ਕਹਿ ਰਹੇ ਕਿ ਅਤਕਥਨੀ ਨਹੀਂ ਹੈਗੀ, ਪਰ ਇਹ 16 ਦੇ 16 ਮੁੱਦੇ ਸੰਸਦ ਵਿਧਾਨ ਸਭਾ ਦੇ ਵਿੱਚ ਬਹਿ ਕੇ ਵੀ ਤਾਂ ਨਜਿੱਠੇ ਜਾ ਸਕਦੇ ਨਾ। ਤੁਸੀਂ ਉੱਥੇ ਗੱਲ ਕਰੋ, ਉੱਥੇ 0R ਲਾਓ, ਉੱਥੇ ਜਾ ਕੇ ਡਿਸਕਸ਼ਨ ਕਰੋ, ਡਿਬੇਟ ਕਰੋ। ਗੱਲ ਇਹ ਹੈ ਨਾ ਕਿ ਲਾਈਮਲਾਈਟ 'ਚ ਰਹਿਣਾ ਅਸੀਂ ਕੰਮ ਨਹੀਂ ਕਰਨਾ ਹੈਗਾ। ਜੇ ਉਹ ਸੁਣਾਉਂਦੇ ਆ ਕਿ ਅਸੀਂ ਕੀ ਕੀਤਾ, ਜੇ ਤੁਸੀਂ ਕੁਝ ਕੀਤਾ ਹੁੰਦਾ ਤਾਂ ਆਮ ਆਦਮੀ ਪਾਰਟੀ ਨੂੰ ਪਹਿਲੀ ਗੱਲ ਤਾਂ ਐਡੀ ਵੱਡੀ ਬਹੁਮਤ ਮਿਲਣੀ ਨਹੀਂ ਸੀਗੀ।
ਤੁਸੀਂ ਨਾ ਤੇ ਕਾਂਗਰਸ ਨੇ ਉਹ ਕੰਮ ਕੀਤੇ ਜਿਹੜੇ ਅਸੀਂ ਚਾਹੁੰਦੇ ਸੀਗੇ, ਨਾ ਹੀ ਆਪਾਂ ਕਹਿ ਲਈਏ ਕਿ ਸ਼੍ਰੋਮਣੀ ਅਕਾਲੀ ਦਲ ਨੇ ਕੀਤੇ ਆ। ਇਸ ਕਰਕੇ ਪਾਰਟੀ ਜਿਹੜੀ ਆ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਆ। ਨਹੀਂ ਤੇ ਪਿਛਲੇ ਕਈ ਸਾਲਾਂ ਤੋਂ ਤੁਹਾਨੂੰ ਪਤਾ ਹੀ ਆ ਆਮ ਆਦਮੀ ਪਾਰਟੀ ਦਾ ਕੋਈ ਨਾਮੋ ਨਿਸ਼ਾਨ ਹੀ ਨਹੀਂ ਸੀਗਾ। ਕਦੀ ਆਪਾਂ ਕਹਿੰਦੇ ਆ ਵੀ ਸ਼੍ਰੋਮਣੀ ਅਕਾਲੀ ਦਲ ਆ ਜਾਂਦੀ ਸੀਗੀ ਤੇ ਕਦੀ ਸਾਡੇ ਕੋਲੇ ਕਾਂਗਰਸ ਹੁੰਦੀ ਸੀ। ਮਤਲਬ 5 ਸਾਲ ਉਹਦੇ 5 ਸਾਲ ਉਹਦੇ ਔਰ ਹੱਦ 10 ਸਾਲ। ਬਿਲਕੁਲ ਸਹੀ ਗੱਲ ਹੈ। ਹੁਣ ਇਹਨਾਂ ਨੇ ਨਹੀਂ ਕੁਝ ਕੀਤਾ ਤੇ ਤੀਸਰਾ ਆਪਸ਼ਨ ਲੋਕੀ ਬਣਾਉਣ ਡੇ ਆ। ਹੁਣ ਤੀਸਰੇ ਆਪਸ਼ਨ ਨੇ ਵੀ 6 ਮਹੀਨੇ ਹੋ ਗਏ ਆ, ਐਦਾਂ ਲੱਗਦਾ ਵੀ ਰਾਗੀ ਨੇ ਰਾਗ ਬੜੇ ਸੁਣਾਏ ਸੀਗੇ, ਪਰ ਜਦੋਂ ਕਹਿੰਦੇ ਨਾ ਵੀ ਹੁਣ ਉਹ ਕਹਿੰਦਾ ਵੀ ਉਹ ਹੈੱਡ ਗ੍ਰਾਂਥੀ ਬਣ ਜਾਵੇ ਤਾਂ ਫਿਰ ਉਹ ਆਪਣੇ ਰਾਗ ਦਾ ਹੀ ਮਾਣ ਕਰਨ ਲੱਗ ਪਿਆ। ਇਹ ਵਾਲੇ ਸਿਸਟਮ ਹੋ ਗਏ ਨੇ ਬਹੁਤ ਬਹੁਤ ਬੰਦ। ਮੈਂ ਕਹਿੰਦਾ ਸੋਚਦਾ ਹੁੰਦਾ ਵੀ ਮੈਂ ਆਪਾਂ ਕੱਲ ਵੀ ਗੱਲ ਕਰਦੇ ਸੀ ਵੀ ਭਗਵੰਤ ਮਾਨ ਦੀ ਜੋ ਦਿੱਖ ਆ, ਜਿਸ ਅਸੀਂ ਸਾਨੂੰ ਫੀਲ ਆਉਂਦਾ ਕਿ ਭਗਵੰਤ ਮਾਨ ਪੰਜਾਬ ਦੇ ਲਈ ਖੜੇ ਨੇ, ਪੰਜਾਬ ਦੇ ਲਈ ਕੁਝ ਕਰਨਗੇ, ਉਹ ਫੀਲ ਤੇ ਬਰਕਰਾਰ ਆ। ਮੈਨੂੰ ਹਜੇ ਵੀ ਲੱਗਦਾ, ਮੈਂ ਪਰਸਨਲੀ ਕਹਾਂ ਮੈਨੂੰ ਪਰ ਉਹ ਫੀਲ ਬਰਕਰਾਰ ਆ। ਪਰ ਇੱਦਾਂ ਲੱਗਦਾ ਕਿ ਉਹ ਕੁੰਜੀਆਂ ਹੁਣ ਜਿਹੜੀਆਂ MP ਵਾਲੀਆਂ ਸੀਗੀਆਂ ਉਹ ਕਿਤੇ ਦੱਬ ਦਿੱਤੀਆਂ। ਹੁਣ ਭਗਵੰਤ ਮਾਨ ਨੇ ਉਹ ਜਿੰਦਾ ਲਾ ਲਿਆ। ਉਹ ਸ਼ਾਇਦ ਹੁਣ ਕੁੰਜੀਆਂ ਅਰਵਿੰਦ ਕੇਜਰੀਵਾਲ ਕੋ ਆ ਜਾਂ ਫਿਰ ਉਹ ਰਾਘਵ ਚੱਡਾ ਦੇ ਕੋਲ ਆ। ਇਹ ਨਹੀਂ ਸਮਝ ਆ ਰਿਹਾ। ਦੇਖੋ, ਇੱਕ ਦਿਨ ਪਹਿਲਾਂ ਵੀ ਜਾਂ ਸ਼ਾਇਦ 2 ਦਿਨ ਪਹਿਲਾਂ ਮੈਂ ਗੱਲ ਕੀਤੀ ਸੀ, ਮੈਂ ਰਿਪੀਟ ਕਰਾਂਗਾ ਕਿ ਜਿਹੜੇ ਮਾਹਿਰ ਮੰਨਦੇ ਨੇ ਕਿ ਉਹ 3 ਲੇਅਰਸ ਨੇ ਪੰਜਾਬ ਦੇ ਅੰਦਰ। ਪਹਿਲੀ ਲੇਅਰ ਹੈਗੀ ਹੈ ਸੁਪਰੀਮ CM, ਸੁਪਰੀਮ ਚੀਫ ਮਿਨਿਸਟਰ ਅਰਵਿੰਦ ਕੇਜਰੀਵਾਲ ਪੰਜਾਬ ਦੇ। ਸੈਕੰਡ ਲੇਅਰ ਹੈਗੀ ਹੈ ਚੀਫ ਮਿਨਿਸਟਰ ਰਾਘਵ ਚੱਡਾ, ਸ਼ੈਡੋ ਚੀਫ ਮਿਨਿਸਟਰ। ਥਰਡ ਲੇਅਰ ਹੈਗੀ ਹੈ ਡਿਪਟੀ ਚੀਫ ਮਿਨਿਸਟਰ ਭਗਵੰਤ ਮਾਨ, ਉਹ ਹਰੀਸ਼ ਰਾਏ ਨਾਲ ਸਾਈਨ ਕਰਨ ਵਾਸਤੇ ਜੀ ਇੱਥੋਂ ਤੱਕ ਮੰਨਣ ਲੱਗ ਪਏ ਨੇ। ਨਹੀਂ, ਲੋਕਾਂ ਨੂੰ ਇਹ ਦੇਖੋ, ਇਹ ਗੱਲਾਂ ਨਾ ਕਹਿੰਦੇ ਹੁੰਦੇ ਨਾ ਬਿਨਾਂ ਅੱਗ ਤੋਂ ਧੂੰਆਂ ਨਹੀਂ ਨਿਕਲਦਾ। ਇਹ ਗੱਲਾਂ ਨਿਕਲ ਰਹੀਆਂ ਨੇ ਔਰ ਇਹ ਲਗਾਤਾਰ ਹਿੱਟ ਕਰੀ ਜਾਂਦੀਆਂ ਨੇ ਕਿ ਔਰ ਬਹੁਤ ਪ੍ਰੈਸ਼ਰ ਸਮਝਿਆ ਜਾ ਰਿਹਾ। ਪਰ ਪੰਜਾਬੀਆਂ ਨੂੰ ਰਿਜ਼ਲਟ ਚਾਹੀਦਾ। ਉਹਨਾਂ ਨੂੰ ਇਹ ਨਹੀਂ ਚਾਹੀਦਾ ਵੀ ਕੌਣ ਚਲਾ ਰਿਹਾ, ਕਿੱਦਾਂ ਚਲਾ ਰਿਹਾ, ਕਿਉਂ ਚਲਾ ਰਿਹਾ। ਪੰਜਾਬ ਦੀ ਆਡੀਅנס ਨੂੰ ਰਿਜ਼ਲਟ ਚਾਹੀਦਾ ਹੈ। ਰਿਜ਼ਲਟ ਕਿਤੇ ਨਜ਼ਰ ਨਹੀਂ ਆ ਰਿਹਾ ਅੱਜ। ਦੇਖੋ, ਪਰ ਮੈਂ ਇਹ ਵੀ ਗੱਲ ਸੋਚਦਾ ਹਾਂ ਵੀ ਮੈਨੂੰ ਕਈ ਵਾਰੀ ਨਾ ਓਪੋਜੀਸ਼ਨ ਦਾ ਲੱਗਦਾ ਵੀ ਬੜੇ ਹਾਸੋਹੀਣੀ ਗੱਲ ਕਰਦੀ ਆ। ਸੁਖਪਾਲ ਖਹਿਰਾ ਹੁਣੇ ਉਹਨਾਂ ਦੀ ਪਾਰਟੀ ਸੱਤਾ ਭੋਗ ਕੇ ਹਟੀ ਆ। ਜੋ ਤੁਸੀਂ ਪੰਜਾਬ ਦਾ ਹਾਲ ਕੀਤਾ ਉਹ ਕਿਸੇ ਨੇ ਨਹੀਂ ਕਰਨਾ। ਅੱਜ ਉਹ ਕਹਿੰਦੇ ਨਜ਼ਰ ਆਇਆ ਜੀ ਵੀ ਆਮ ਆਦਮੀ ਪਾਰਟੀ ਤੋਂ, ਆਮ ਬੰਦੇ ਤੋਂ ਜਿਹੜੇ ਭਗਵੰਤ ਮਾਨ ਸਾਹਿਬ ਨੇ ਉਹ VVIP ਬਣ ਗਏ ਨੇ। ਉਹ ਇਦਾਂ ਦੇ VVIP ਕਹਿੰਦੇ ਬਣੇ ਨੇ ਕਿ ਉਹ ਉਹਨਾਂ ਦੇ ਕੋਲ 45 ਗੱਡੀਆਂ ਦਾ ਕਾਫਲਾ ਆ, ਜਦ ਕਿ ਕਹਿੰਦੇ ਜੀ ਫਲਾਣੇ ਬੰਦੇ ਕੋਲ 34 ਸੀ, ਫਲਾਣੇ ਕੋਲ ਪਿਛਲੇ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੱਸਦਾ ਕਿ ਉਹਨਾਂ ਕੋਲੇ 33 ਸੀ, ਫਲਾਣੇ ਕੋਲੇ 35 ਸੀ। ਪਰ ਮੈਂ ਇਹ ਸੋਚਦਾ ਸੀ ਵੀ ਗੱਡੀਆਂ ਮੈਟਰ ਨਹੀਂ ਕਰਦੀਆਂ ਹੈਗੀਆਂ, ਹੈ ਨਾ। ਆਪਾਂ ਕਿਉਂਕਿ ਕਹਿ ਲਈਏ ਕਿ ਚਲੋ ਸਿਕਿਉਰਿਟੀ ਹਰ ਕਿਸੇ ਬੰਦੇ ਨੂੰ ਚਾਹੀਦੀ ਹੈ, ਕਿਉਂਕਿ ਇਹ CM ਵਰਗਾ ਅਹੁਦਾ ਔਰ ਅਸੀਂ ਸਰਹੱਦੀ ਹਾਂ। ਔਰ ਅੱਜ ਕੱਲ੍ਹ ਤੇ ਇੱਕ ਖਲਾ ਜਿਹਾ ਪੈਦਾ ਹੋ ਗਿਆ ਕਿ ਮਿਲੀਟੈਂਟ ਜਿਹੜੇ ਨੇ ਜਾਂ ਕਹਿ ਲਓ ਕਿ ਸ਼ਰਾਰਤੀ ਅਨਸਰ ਜਿਹੜੇ ਨੇ ਉਹ ਬਹੁਤ ਪੰਜਾਬ ਦੇ ਵਿੱਚ ਹੈ। ਗੈਂਗ ਵਾਰ ਦਾ ਖਦਸ਼ਾ ਆ, ਉਹਦੇ 'ਚ ਸਿਕਿਉਰਿਟੀ ਦਾ ਚਲੋ ਆਪਾਂ ਕੋਈ ਇਸ਼ੂ ਨਹੀਂ ਲੈਨੇ। ਪਰ ਓਪੋਜੀਸ਼ਨ ਲਗਾਤਾਰ ਉੱਦਾਂ ਦੇ ਮੁੱਦੇ ਚੱਕਦੇ ਜਿਹੜੀ ਪੰਜਾਬ ਦੇ ਨਾਲ ਵਾਬਸਤਾ ਨਹੀਂ ਹੈਗੇ ਮੁੱਦੇ। ਕਦੀ ਕਹਿੰਦੇ ਆ ਜੀ ਇਹਨਾਂ ਕੋਲੇ ਆ ਨਹੀਂ ਹੋਇਆ, ਇਹਨਾਂ ਦੇ ਕੋਲੇ ਆ ਨਹੀਂ ਹੋਇਆ, ਫਲਾਣੇ ਨੇ ਇੰਨੀਆਂ ਗੱਡੀਆਂ ਰੱਖੀਆਂ, ਫਲਾਣੇ ਕੋਲੇ ਆ ਕਮਰਾ। ਤੁਹਾਡੀਆਂ ਇਹ ਖਬਰਾਂ ਨਿਕਲੀਆਂ ਸੀ ਵੀ ਕਿੰਨੇ ਕੋ ਕਾਂ ਕਮਰਾ। ਤੁਸੀਂ ਵੀ ਤਾਂ ਮਤਲਬ ਲੱਖ ਦੀ ਪੇਂਟਿੰਗ ਖਰੀਦ ਕੇ ਲਾਈ ਹੋਈ ਸੀ ਆਪਣੇ ਕਮਰਿਆਂ ਦੇ ਵਿੱਚ। ਲਗਾਈ, ਬਿਲਕੁਲ ਲਗਾਈ। ਸਵਿਮਿੰਗ ਪੂਲ ਬਣਾਏ ਨੇ ਔਰ ਕਈ ਥਾਂ ਤੇ ਕਿਹਾ ਕਿ ਮੈਨੂੰ ਇੱਦਾਂ ਦੇ ਹੋਟਲ ਵਕ ਨੂੰ ਮੇਰਾ ਰੈਨੋਵੇਸ਼ਨ ਕਰਕੇ ਦਿਓ, ਫਰਨੀਚਰ ਨਵਾਂ ਚਾਹੀਦਾ, ਗੱਡੀਆਂ ਨਵੀਆਂ ਚਾਹੀਦੀਆਂ ਨੇ। ਬਾਗ ਦੇ ਵਿੱਚ ਨਵੇਂ ਦਰਖਤ ਲਗਾਏ ਗਏ। 50-50 ਹਜ਼ਾਰ ਦਾ ਇੱਕ ਦਰਖਤ ਹੈ, ਉਹ ਕਿੱਥੋਂ ਆਉਂਦਾ ਸਭ ਕੁਝ। ਗੱਲ ਮੁੱਕਦੀ ਇਹ ਹੈ ਕਿ ਤੁਸੀਂ ਓਪੋਜੀਸ਼ਨ 'ਚ ਓਕੇ, ਤੁਸੀਂ ਉਂਗਲ ਕਰੀ ਜਾਂਦੇ ਹੋ ਯਾਰ। ਮਿਲ ਜੁਲ ਕੇ ਕਿਉਂ ਨਾ ਪੰਜਾਬ ਨੂੰ ਸੁਧਾਰੀਏ। ਇਹ ਕਿਉਂ ਇੱਕ ਦੂਜੇ ਦਾ ਗਲੇਵਾ ਫੜਿਆ ਹੋਇਆ। ਵਾਕਈ ਅਸੀਂ ਬੈਠ ਕੇ ਤਮਾਸ਼ਾ ਦੇਖਦੇ ਪਏ ਹਾਂ, ਸਾਰੇ ਨਾਗਰਿਕ ਤਮਾਸ਼ਾ ਦੇਖਦੇ ਪਏ ਵੀ ਇਹ ਕਰਦੇ ਕੀ ਪਏ ਨੇ। ਗੱਲ ਇਹ ਹੈ, ਦੇਖੋ ਇੱਥੋਂ ਗੱਲ ਬਿਲਕੁਲ ਸਾਫ਼ ਹੁੰਦੀ ਹੈ ਕਿ ਪੰਜਾਬ ਦੀ ਸਥਿਤੀ ਨੂੰ ਸੁਧਾਰਨ ਵਾਸਤੇ ਸੀਰੀਅਸ ਕੌਣ ਹੈ। ਭਾਰਤ ਦੀ ਸਥਿਤੀ ਨੂੰ ਸੁਧਾਰਨ ਵਾਸਤੇ ਸੀਰੀਅਸ ਕੌਣ ਹੈ। 75 ਸਾਲਾਂ ਤੋਂ ਗਰੀਬੀ ਦੂਰ ਨਹੀਂ ਹੁੰਦੀ ਪਈ। ਹਰ ਵਾਰ ਗਰੀਬੀ ਦੂਰ ਕਰੋ। ਜਦੋਂ ਦੇ ਆਜ਼ਾਦ ਹੋਏ ਆ ਸਾਡੇ ਬਜ਼ੁਰਗ ਵੀ ਕਹਿੰਦੇ ਸੀਗੇ ਕਿ ਉਦੋਂ ਵੀ ਨਾਰਾ ਇਹ ਸੀ ਪੰਡਿਤ ਨਹਿਰੂ ਜੀ ਵੇਲੇ ਗਰੀਬੀ ਦੂਰ ਕਰੋ। ਉਸ ਤੋਂ ਬਾਅਦ ਇੰਦਰਾ ਗਾਂਧੀ ਜੀ ਵੇਲੇ ਵੀ ਗਰੀਬੀ ਦੂਰ ਕਰੋ, ਰਾਜੀਵ ਗਾਂਧੀ ਵੇਲੇ ਵੀ ਗਰੀਬੀ ਦੂਰ ਕਰੋ, ਆ ਮੋਦੀ ਸਾਹਿਬ ਤੱਕ ਆ ਗਏ ਆ ਗਰੀਬੀ ਦੂਰ ਕਰੋ, ਗਰੀਬੀ ਦੂਰ ਕਰੋ। ਨਹੀਂ, ਮੋਦੀ ਸਾਹਿਬ ਤਾਂ ਕਹਿੰਦੇ ਸੀ ਵੀ 2022 ਦੇ ਵਿੱਚ ਕਿਸਾਨਾਂ ਦੀ ਜਿਹੜੀ ਆਮਦਨ ਹੈ ਉਹ ਡਬਲ ਹੋ ਜਾਣੀ ਆ। ਉਹ ਡਬਲ ਪਤਾ ਨਹੀਂ ਕਿੱਦਾਂ ਕਰਨੀ ਆ। ਇਹ ਤਾਂ ਉਹਨਾਂ ਨੂੰ ਹੁਣ ਪਤਾ ਨਹੀਂ ਕਿ ਡਬਲ ਕਿੱਦਾਂ ਕਰਨੀ ਆ। ਉਹ ਅੱਜ ਕੱਲ੍ਹ ਮੀਮਸ ਜਿਹਾ ਬਣਦਾ ਨਾ ਵੀ ਬਰਾਬਰ ਵੰਡਣ ਡਿਆ, ਵੀ ਇੱਕ ਮੇਰਾ ਹਿੱਸਾ ਤੇਰਾ ਮੇਰਾ ਹਿੱਸਾ, 2 ਮੇਰੇ ਹਿੱਸੇ ਇੱਕ 3 ਤੇਰੇ ਹਿੱਸੇ। ਉਹ ਵਾਲਾ ਮੀਮ ਮੈਨੂੰ ਲੱਗਦਾ ਕਿ ਮੋਦੀ ਸਾਹਿਬ ਜਿਹੜੇ ਹਿੱਸੇ ਆ ਉਹ ਤੇ ਕਾਰਪੋਰੇਟ ਵਾਲਿਆਂ ਨੂੰ ਵੰਡੇ ਜਾਂਦੇ ਆ ਤੇ ਕਿਸਾਨ ਵੀ ਫਿਰ ਇਹਨਾਂ ਦੇ ਨਿਗਾਹ ਦੇ ਵਿੱਚ ਨਾ ਕਿਸਾਨ ਵੀ ਕਾਰਪੋਰੇਟ ਹੀ ਆ। ਉਹਨਾਂ ਦੀ ਆਮਦ ਤੇ ਦੁੱਗਣੀ ਤੋਂ ਇਹਨਾਂ ਨੇ ਚਿੱਗਣੀ ਪਚੌਗਣੀ ਕਰ ਦਿੱਤੀ ਆ। ਗਰਾਊਂਡ ਰਿਐਲਿਟੀ ਕੁਝ ਹੋਰ ਹੈ। ਕਦੀ ਆ ਕੇ ਦੇਖਣ ਇਹ ਜ਼ਮੀਨ ਦੇ ਉੱਤੇ ਕਿ ਕੀ ਤਕਲੀਫਾਂ ਨੇ ਕਿਸਾਨਾਂ ਦੀਆਂ, ਕਿਸ ਹਾਲਤ ਦੇ ਵਿੱਚ ਉਹ ਬੈਠੇ ਨੇ, ਕਿੱਦਾਂ ਉਹ ਰੋਟੀ ਖਾਂਦੇ ਨੇ। ਤੁਸੀਂ ਦੇਖੋ ਤਾਂ ਸਹੀ ਜੋ ਹਾਲਾਤ ਬਣੇ ਹੋਏ ਨੇ, ਕਰਜ਼ੇ ਦੇ ਥੱਲੇ ਦੱਬੇ ਪਏ ਨੇ। ਔਰ
ਇੱਕ ਚੀਜ਼ ਹੋਰ ਹੈ ਕਿ ਕੈਬਨਿਟ ਮੰਤਰੀ ਮੀਟਿੰਗਾਂ ਵੀ ਕਰਦੇ ਨੇ, ਔਰ ਉਹ ਵੀ ਇਹ ਵੀ ਕਹਿੰਦੇ ਨੇ, ਸੰਗਰੂਰ ਦੇ ਵਿੱਚ ਮੀਟਿੰਗਾਂ ਹੋਈਆਂ ਨੇ, ਉਹ ਵੀ ਕਹਿੰਦੇ ਨੇ ਕਿ ਜੋ ਇਹ ਇਜਲਾਸ ਬੁਲਾਇਆ ਹੋਇਆ, ਸਪੈਸ਼ਲ ਬੁਲਾਇਆ ਹੋਇਆ, ਇਹਦੇ ਵਿੱਚ ਕੋਈ ਨਾ ਕੋਈ ਅਨਾਉਂਸਮੈਂਟ ਕਿਸਾਨਾਂ ਵਾਸਤੇ ਲੈ ਕੇ ਆਉਣਗੇ, ਖਾਸ ਕਰਕੇ ਗੰਨੇ ਦੀ ਕਾਸ਼ਤ ਕਰਕੇ ਲੈ ਕੇ ਆਉਣਗੇ। ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ, ਕਿਸਾਨਾਂ ਨੂੰ ਰਾਹਤ ਦਿੱਤੀ ਜਾਏਗੀ। ਦੇਖੋ ਹੁੰਦਾ ਕਿ ਨਹੀਂ, ਸਿਰਫ ਗੱਲਾਂ ਦਾ ਕੜਾਹ ਤੇ ਬਹੁਤ ਦੇਰ ਤੋਂ ਖਾ ਰਹੇ, ਹੁਣ ਮੈਂ ਬਾਰ-ਬਾਰ ਗੱਲਾਂ ਦਾ ਕੜਾਹ, ਮੈਂ ਵੀ ਤੁਹਾਡੇ ਵਾਲੀ ਭਾਸ਼ਾ ਇਸਤੇਮਾਲ ਕਰ ਰਿਹਾ, ਉਹ ਵਾਕਈ, ਕਿਉਂਕਿ ਗੱਲਾਂ ਦਾ ਕੜਾਹ ਖਾ ਕੇ ਮਜ਼ਾ ਨਹੀਂ ਆਉਂਦਾ, ਸੱਚਮੁੱਚ ਦਾ ਕੜਾਹ ਖਾ ਕੇ ਹੀ ਮਜ਼ਾ ਆਏਗਾ। ਉਹ ਸੱਚਮੁੱਚ ਦਾ ਕੜਾਹ ਪਤਾ ਨਹੀਂ ਕਦੋਂ ਖਵਾਉਣਾ ਇਹਨਾਂ ਨੇ। ਵਾਕਈ। ਅੱਛਾ, ਅੱਗੇ ਵਧਦੇ ਹਾਂ ਤੇ ਅੱਜ ਵਾਰਿਸ ਪੰਜਾਬ ਦੇ ਜਿਹੜੀ ਅੱਗੇ ਕਹ ਲਈਏ ਕਿ ਫਾਊਂਡੇਸ਼ਨ ਹੈ, ਅੰਮ੍ਰਿਤਪਾਲ ਪਿਛਲੇ ਕੁਝ ਦਿਨਾਂ ਤੋਂ ਮੈਂ ਕਹੂੰਗਾ ਕਿ ਬਹੁਤ ਹੀ ਐਕਟਿਵ ਸੀ ਮੁੰਡਾ। ਅੱਜ ਇਸ ਪਿੰਡ ਰੋਡੇ, ਤੁਹਾਨੂੰ ਪਤਾ ਹੀ ਹੋਵੇਗਾ ਨਾ, ਸੰਤ ਜਰਨੈਲ ਸਿੰਘ ਭਿੰਡਰਾਣਾ ਉਹਨਾਂ ਦਾ ਪਿੰਡ ਹੈ, ਰੋਡੇ ਵਾਲਿਆਂ ਨੂੰ ਸਪੈਸ਼ਲ ਕਹਿੰਦੇ ਆ ਵੀ ਬੜੀ ਤਰਜੀਹ ਦਿੰਦੇ ਹਾਂ ਅਸੀਂ ਪੰਜਾਬ ਦੇ ਵਿੱਚ। ਉੱਥੇ ਦਸਤਾਰਬੰਦੀ ਹੋਈ ਹੈ ਜੀ। ਥੋੜ੍ਹੇ ਦਿਨ ਪਹਿਲਾਂ ਤੁਸੀਂ ਉਹਦੀਆਂ ਫੋਟੋਜ਼ ਦੇਖੋ ਤੇ ਇੰਸਟਾਗ੍ਰਾਮ ਦੇ ਉੱਤੇ ਬੜਾ ਯੰਕੀ ਜਿਹਾ ਮੁੰਡਾ ਆ, ਮਤਲਬ ਵਾਲ ਕੱਟੇ ਹੋਏ ਆ, ਮਤਲਬ ਜਿਵੇਂ ਆਮ ਹੁੰਦੇ ਆ ਮੁੰਡੇ ਆਪਣੇ ਪੰਜਾਬ ਵਾਲੇ ਸ਼ੌਕੀਨ ਮੁੰਡੇ। ਹੁਣ ਗੱਲ ਹੈ ਕਿ ਹਿਰਦੇ ਪਰਿਵਰਤਨ ਹੋ ਗਿਆ, ਬਹੁਤ ਸੋਹਣੀ ਗੱਲ ਹੈ, ਹਿਰਦੇ ਪਰਿਵਰਤਨ ਹੋਇਆ, ਅੱਜ ਦਸਤਾਰਬੰਦੀ ਵੀ ਹੋਈ ਆ। ਹੁਣ ਗੱਲ ਇਹ ਹੈ ਕਿ ਇਹ ਸਾਰਾ ਮਸਲਾ ਜਾਂਦਾ ਕਿੱਧਰ ਨੂੰ ਆ, ਕਿਵੇਂ ਦੇਖਦੇ ਹੋ ਸੰਜੀਵ ਜੀ ਤੁਸੀਂ? ਗੱਲ ਇਹ ਹੈ ਖਹਿਰਾ ਸਾਹਿਬ, ਹਜੇ ਕਿਉਂਕਿ ਬਹੁਤ ਹੀ ਸੈਂਸਿਟਿਵ ਮਸਲਾ ਹੈ। ਵਾਕਈ ਇਹ ਗੱਲ ਤਾਂ ਹੈ ਵੀ ਹਲੇ ਨਵਾਂ ਹੈ, ਸੈਂਸਿਟਿਵ ਹੈ, ਕਿਉਂਕਿ ਹਰਪਾਲ ਚੀਮਾ ਜਿਹੜੇ ਸਾਡੇ ਵਿੱਤ ਮੰਤਰੀ ਉਹ ਵੀ ਕਹਿੰਦੇ ਸੀ ਕਿ ਅਸੀਂ ਅੰਮ੍ਰਿਤਪਾਲ ਹੋਣਾ ਦੀ ਜਿਹੜੀ ਜਾਂਚ ਹੈ ਉਹ ਕਰਾਵਾਂਗੇ, ਕਿਉਂਕਿ ਸਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਦੇਸ਼ ਵਿਰੋਧੀ ਅੰਸਰ ਵੀ ਹੋ ਸਕਦਾ ਹੈ। ਫਿਰ ਬੜੀਆਂ ਸਾਰੀਆਂ ਹੋਰ ਇੱਕ ਪੈਰਲਰ ਇਨਫੋਰਮੇਸ਼ਨ ਜਿਹੜੀ ਆ ਉਹ ਨਾਲ ਚੱਲੀ ਜਾਂਦੀ ਹੈ ਵੀ ਏਜੰਸੀਆਂ ਦਾ ਬੰਦਾ ਕੋਈ ਕਹਿੰਦਾ ਇਹਨੂੰ। ਇਹ ਇੱਕ ਬਹੁਤ ਸੈਂਸਿਟਿਵ ਜਿਹੇ ਮੁੱਦੇ ਦੇ ਉੱਤੇ ਅਸੀਂ ਖੜੇ ਹਾਂ। ਬਹੁਤ ਸੈਂਸਿਟਿਵ ਮੁੱਦਾ ਹੈ। ਜਦੋਂ ਤੱਕ ਰਿਐਲਿਟੀ ਸਾਹਮਣੇ ਨਾ ਆਵੇ, ਪਰਤਾਂ ਨਾ ਖੁੱਲ੍ਹਣ, ਡਿਵੈਲਪਮੈਂਟ ਨਾ ਹੋਵੇ ਇਸ ਨਿਊਜ਼ ਦੇ ਵਿੱਚ, ਉਦੋਂ ਤੱਕ ਕੁਝ ਵੀ ਕਹਿਣਾ ਮੁਸ਼ਕਿਲ ਹੈ। ਕੁਝ ਵੀ ਕਹਿਣਾ ਸਮੇਂ ਤੋਂ ਪਹਿਲਾਂ ਵਾਲੀ ਗੱਲ ਹੋਏਗੀ, ਉਹਦੇ ਨਤੀਜੇ ਕਿਸੇ ਪਾਸੇ ਵੀ ਜਾ ਸਕਦੇ ਨੇ। ਇਸ ਕਰਕੇ ਜਿਨ੍ਹਾਂ ਸੰਸਥਾਵਾਂ ਨੇ ਦਸਤਾਰਬੰਦੀ ਕੀਤੀ ਹੈ ਉਹਨਾਂ ਨੇ ਵੀ ਕੁਝ ਵਿਚਾਰ ਕਰਕੇ ਹੀ ਕੀਤੀ ਹੋਣੀ। ਜਿੱਦਾਂ ਤੁਸੀਂ ਦੱਸ ਰਹੇ ਹੋ, ਕੁਝ ਦਿਨ ਪਹਿਲਾਂ ਯੰਕੀ ਜਿਹਾ ਮੁੰਡਾ ਔਰ ਅੱਜ ਦਸਤਾਰਬੰਦੀ ਹੋ ਰਹੀ ਹੈ, ਟਰਾਂਸਫਰਮੇਸ਼ਨ ਹੋਈ ਹੈ ਉਹਨਾਂ ਦੇ ਮਨ ਦੇ ਵਿੱਚ। ਜਿਸ ਤਰ੍ਹਾਂ ਵੀ ਉਹਨੂੰ ਲੈਂਦੇ ਹਾਂ ਆਪਾਂ, ਉਮੀਦ ਇਹੀ ਕਰਾਂਗੇ ਕਿ ਸਹੀ ਟਰਾਂਸਫਰਮੇਸ਼ਨ ਹੋਈ ਹੋਵੇ, ਸਹੀ ਰਸਤੇ ਤੇ ਚੱਲਣ ਵਾਲੀ ਗੱਲ ਹੋਈ ਹੋਵੇ। ਔਰ ਵੈਸੇ ਐਸੀ ਕੋਈ ਗੱਲ ਹੈ ਵੀ ਨਹੀਂ। ਠੀਕ ਹੈ, ਜੋ ਪੋਲੀਟੀਕਲ ਲੀਡਰਸ ਨੇ ਉਹਨਾਂ ਨੇ ਕਿਹਾ ਕਿ ਅਸੀਂ ਜਾਂਚ ਕਰਾਵਾਂਗੇ, ਉਹਨਾਂ ਦੀ ਸਟੇਟਮੈਂਟ ਦੀ ਲਾਈਟ ਵਿੱਚ ਹੀ ਮੈਂ ਕਹਿ ਰਿਹਾ ਕਿ ਸਭ ਕੁਝ ਸਹੀ ਹੋਇਆ ਹੋਵੇ, ਸਭ ਕੁਝ ਹੀ ਸਹੀ ਹੋਵੇ। ਉਹਨਾਂ ਦੀ ਜੋ ਕਥਨੀ ਹੈ ਉਸ ਲਾਈਟ ਦੇ ਵਿੱਚ ਮੈਂ ਗੱਲ ਕਹਿ ਰਿਹਾ। ਹੁਣ ਅੱਗੋਂ ਕੀ ਡਿਵੈਲਪਮੈਂਟਸ ਹੁੰਦੀਆਂ ਨੇ ਇਹ ਤਾਂ ਅੱਗੇ ਦੇਖਣ ਵਾਲੀ ਗੱਲ ਹੋਏਗੀ। ਪਰ ਇੱਕ ਗੱਲ ਆਪਾਂ ਜੋ ਸਾਰੇ ਜਾਣਦੇ ਹਾਂ ਕਿ ਅਸੀਂ ਸਾਰੇ ਪੰਜਾਬ ਦਾ ਭਲਾ ਮੰਗਣ ਵਾਲੇ ਲੋਕ ਹਾਂ, ਕਿਉਂਕਿ ਪੰਜਾਬ ਦੇ ਵਿੱਚ ਬਹੁਤ ਕੁਝ ਐਸਾ ਹੋਇਆ ਜੋ ਨਹੀਂ ਵਾਪਰਨਾ ਚਾਹੀਦਾ ਸੀ। ਸਾਡੇ ਪੁਰਖਿਆਂ ਨੇ ਬਹੁਤ ਕੁਝ ਹੰਢਾ ਲਿਆ ਪਿੰਡੇ ਦੇ ਉੱਤੇ, ਰਾਈਟ ਫਰੋਮ ਦੈਟ ਟਾਈਮ ਕਿ ਪਾਰਟੀਸ਼ਨ ਵੇਲੇ ਵੀ ਉਹ ਵੀ ਪੰਜਾਬ ਦਾ ਹੀ ਵੰਡ ਵੰਡਈਆ ਹੋਇਆ, ਫਿਰ 1966 ਵਿੱਚ ਵੀ ਪੰਜਾਬ ਦਾ ਵੰਡ ਵੰਡਈਆ ਹੋਇਆ, ਫਿਰ 1984 ਤੋਂ ਅਸੀਂ ਲਗਾਤਾਰ ਜੋ ਭੁਗਤਿਆ ਹੈ। ਔਰ ਅੱਜ ਵੀ ਅਸੀਂ ਕਈ ਮੌਕਿਆਂ ਤੇ ਦੇਖਦੇ ਹਾਂ ਪੰਜਾਬ ਟਾਰਗੇਟ ਤੇ ਰਹਿੰਦਾ ਹੈ। ਕਿਤੇ SYL ਦਾ ਮੁੱਦਾ ਖੜਾ ਹੈ, ਕਿਤੇ ਭਾਖੜਾ ਦੀ ਜਿਹੜੀ ਕਮੇਟੀ ਉਸ ਤੋਂ ਬਾਹਰ ਹੋ ਜਾਂਦੇ ਹਾਂ, ਕਿਤੇ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਆ ਜਾਂਦਾ, ਕਿਤੇ ਵਿਧਾਨ ਸਭਾ ਦਾ, ਕਿਤੇ ਹਾਈ ਕੋਰਟ ਦਾ ਮੁੱਦੇ ਆ ਜਾਂਦੇ ਨੇ। ਸੋ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਅਸੀਂ ਤਾਂ ਸੌਖੀ ਮੰਗਾਂਗੇ, ਔਰ ਨਾਲ ਸਾਡੇ ਬੰਦੀ ਸਿੰਘਾਂ ਦਾ ਮੁੱਦਾ ਖੜਾ ਹੈ। ਜਦੋਂ ਉਹਨੂੰ ਲੈਂਦੇ ਉਹ ਹੋਰ ਵੀ ਸੈਂਸਿਟਿਵ ਹੋ ਜਾਂਦਾ ਕਿ 30 ਸਾਲ ਤੋਂ ਬੈਠੇ ਹੋ। ਔਰ 6 ਆਫ ਅਮਰੀਕਾ ਦੀ ਜਿਹੜੀ ਸੰਸਥਾ, ਅਮਰੀਕਾ ਤੋਂ ਵੀ ਉਹਨਾਂ ਨੇ ਨਰਿੰਦਰ ਮੋਦੀ ਸਾਹਿਬ ਨੂੰ ਚਿੱਠੀ ਲਿਖੀ ਹੈ ਕਿ ਹੁਣ ਤਾਂ ਵਿਚਾਰ ਕਰੋ ਇਹਦੇ ਉੱਤੇ। ਜਿਵੇਂ ਮਜੀਠੀਆ ਸਾਹਿਬ ਦਾ ਵੀ ਇੱਕ ਸੰਮੇਲਨ ਹੋਇਆ ਸੀ, ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੋ ਬੰਦੀ ਸਿੰਘਾਂ ਦਾ ਮਸਲਾ ਹੈ ਉਹ ਹੱਲ ਕੀਤਾ ਜਾਵੇ ਜੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨਾਲ ਕਾਫੀ ਗਹਿਰਾ ਰਿਸ਼ਤਾ ਰਿਹਾ ਹੈ BJP ਦਾ, ਕਾਫੀ ਦੇਰ ਤੋਂ ਰਿਹਾ ਹੈ। ਤੇ ਉਸ ਨਾਤੇ ਵੀ ਅਸੀਂ ਉਹਨਾਂ ਨੂੰ ਕਹਿਣਾ ਚਾਹਾਂਗੇ ਕਿ ਇਹ ਸਾਡੀ ਨਾਰਾਜ਼ਗੀ ਦਾ ਵੀ ਕਾਰਨ ਬਣ ਸਕਦਾ ਹੈ ਕਿ ਤੁਸੀਂ ਜੇ ਹਜੇ ਵੀ ਇਸ ਮਾਮਲੇ ਨੂੰ ਲਟਕਾਉਂਦੇ ਹੋ, ਇਹਦੇ ਉੱਤੇ ਕੋਈ ਫੈਸਲਾ ਨਹੀਂ ਲੈਂਦੇ। ਔਰ ਆਪਾਂ ਹਿਊਮਨ ਰਾਈਟਸ ਬਾਰੇ ਤਾਂ ਕਈ ਵਾਰ ਗੱਲ ਕਰ ਚੁੱਕੇ ਹਾਂ ਕਿ ਇਹ ਮਾਮਲੇ ਹੱਲ ਹੋਣੇ ਚਾਹੀਦੇ ਨੇ। ਸੋ ਇਹ ਸਾਰਾ ਮਾਮਲਾ ਜੇ ਆਪਾਂ ਦੇਖੀਏ ਦਸਤਾਰਬੰਦੀ ਤੋਂ ਲੈ ਕੇ ਹੁਣ ਤੱਕ, ਔਰ ਪਿਛੋਕੜ ਵੀ ਦੇਖੀਏ, ਤਾਂ ਅਸੀਂ ਇਹੀ ਕਹਾਂਗੇ ਕਿ ਸਭ ਕੁਝ ਸਹੀ ਹੁੰਦਾ ਹੋਵੇ। ਪੰਜਾਬ ਨੂੰ ਹੋਰ ਕਿਸੇ ਪਾਸੇ ਕੋਈ ਇੱਦਾਂ ਦੀ ਗੱਲ ਨਾ ਭੁਗਤਣੀ ਪਵੇ ਜੋ ਅਸੀਂ ਪਹਿਲਾਂ ਭੁਗਤ ਚੁੱਕੇ ਹਾਂ। ਸੋ ਇਹਨੇ ਸਾਰੇ ਸਿਆਣੇ ਨੇ ਕਿ ਉਹ ਚੀਜ਼ਾਂ, ਉਹ ਸਟੈਪ ਲਿੱਤੇ ਜਾਣਗੇ ਜੋ ਪੰਜਾਬ ਦੇ ਹੱਕ 'ਚ ਹੋਣਗੇ। ਵਾਕਈ ਤੁਹਾਡੀ ਗੱਲ ਤੇ ਬਿਲਕੁਲ ਸਹੀ ਹੈ। ਬਾਕੀ ਰਿਹਾ ਜੋ ਪੋਲੀਟੀਕਲ ਸਟੇਟਮੈਂਟਸ ਨੇ ਉਹ ਤਾਂ ਆਪਣੀ ਜਗ੍ਹਾ ਬਣੀਆਂ ਹੋਈਆਂ ਨੇ, ਉਹ ਤਾਂ ਹਰ ਗੱਲ ਦੇ ਉੱਤੇ ਸਟੇਟਮੈਂਟ ਆਣੀ ਹੁੰਦੀ ਹੈ, ਕੁਝ ਨਾ ਕੁਝ ਪ੍ਰਤੀਕਿਰਿਆ ਤਾਂ ਹੋਣੀ ਹੁੰਦੀ ਹੈ। ਵਾਕਈ ਹੁਣ ਦੇਖੋ ਖਹਿਰਾ ਸਾਹਿਬ, ਜੋ ਆਪਾਂ ਸੈਂਸਿਟਿਵ ਮਾਮਲੇ ਦੀ ਗੱਲ ਕਰ ਰਹੇ ਹਾਂ, ਤਾਂ ਅਸੀਂ ਇਹ ਵੀ ਦੇਖਦੇ ਹਾਂ ਕਿ ਜਿਸ ਤਰ੍ਹਾਂ ਧਾਰਮਿਕ ਸਥਾਨਾਂ ਦੇ ਉੱਤੇ ਹਮਲੇ ਹੋ ਰਹੇ ਨੇ, ਹੈ ਨਾ, ਘੱਟ ਗਿਣਤੀ ਦੀ ਗੱਲ ਵੀ ਬਾਰ-ਬਾਰ ਆ ਰਹੀ ਹੈ। ਔਰ ਅਸੀਂ ਉਹਨਾਂ ਦੇ ਲਈ ਵੀ ਕਿ ਉਹਨਾਂ ਦਾ ਸਟੇਟਸ ਕੀ ਹੈ, ਸੰਵਿਧਾਨ ਦੇ ਮੁਤਾਬਿਕ ਕਿੱਥੇ ਖੜ੍ਹੇ ਹਾਂ ਅਸੀਂ ਉਹ ਵੀ ਚਰਚਾ ਕਰਦੇ ਪਏ ਹਾਂ। ਅਤੇ ਹੁਣ ਮਾਮਲਾ ਇਹ ਵੀ ਆ ਰਿਹਾ ਕਿ ਚਰਚ ਦੇ ਉੱਤੇ ਹਮਲਾ ਜਲੰਧਰ ਦੇ ਹੀ ਪ੍ਰੈਮਿਸਿਸ ਦੇ ਵਿੱਚ, ਜਲੰਧਰ ਦੇ ਇਲਾਕੇ ਦੇ ਨੇੜੇ ਤੇੜੇ, ਇਹ ਵੀ ਹੁਣ ਘਟਨਾ ਸਾਹਮਣੇ ਆਈ ਹੈ। ਔਰ ਪੁਲਿਸ ਉੱਥੇ ਗਾਰਡ ਲਗਾ ਦਿੱਤੀ ਗਈ ਹੈ
ਹੁਣ ਇਹ ਵੀ ਮਾਮਲਾ ਹੈ ਕਿ ਚਰਚ ਦੇ ਵਿੱਚ ਭੰਨ ਤੋੜ ਦਾ ਮਾਮਲਾ ਵੀ ਸਾਹਮਣੇ ਆ ਰਿਹਾ। ਦੇਖੋ ਆਪਾਂ ਨੂੰ ਪਤਾ ਨਹੀਂ ਸਮਝਦੇ ਨਹੀਂ ਹੈਗੇ ਸ਼ਾਇਦ ਜਦੋਂ ਸਰਕਾਰਾਂ ਦੇ ਕੋਲ ਜਾਂ ਸ਼ਰਾਰਤੀ ਅਨਸਰਾਂ ਦੇ ਕੋਲ ਕੁਝ ਹੋਰ ਕਰਨ ਨੂੰ ਨਹੀਂ ਹੁੰਦਾ ਨਾ ਡਿਵਰਜਨ ਦੇ ਲਈ ਇਹ ਸਾਰੀਆਂ ਚੀਜ਼ਾਂ ਵਰਤੀਆਂ ਜਾਂਦੀਆਂ। ਮੈਨੂੰ ਇਹ ਲੱਗਦਾ ਕਿ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਹੁਣ ਹਾਲਾਤ ਜਿਹੜੇ ਨੇ ਉਹ ਮਾੜੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਬੰਨੇ ਤਾਂ ਅਸੀਂ ਕਹਿੰਦੇ ਹਾਂ ਜੀ ਗੈਂਗ ਵਾਰ ਬਹੁਤ ਸਿਰੇ ਤੇ ਆ, ਦੂਸਰੇ ਬੰਨੇ ਅਸੀਂ ਕਹਿੰਦੇ ਹਾਂ ਕਿ ਚਿੱਟਾ ਪੰਜਾਬ ਦੇ ਪਿੰਡਾਂ ਦੇ ਵਿੱਚ ਆਮ ਵਿਕਦਾ, ਤੀਸਰੇ ਤੇ ਅਸੀਂ ਕਹਿੰਦੇ ਹਾਂ ਵੀ ਹੁਣ ਇਹਦੇ ਧਰਮ ਨੂੰ ਲੈ ਕੇ ਵੀ ਸੁਰੱਖਿਅਤ ਨਹੀਂ ਹੈਗੇ। ਨਹੀਂ ਤੇ ਈਸਾਈ ਧਰਮ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਈਸਾਈ ਧਰਮ ਬਹੁਤ ਪੁਰਾਣਾ ਆ। ਤੁਸੀਂ ਧਾਲੀਵਾਲ ਸਾਡੇ ਬ੍ਰਿਟਿਸ਼ ਵਾਲਿਆਂ ਤੋਂ ਅੰਗਰੇਜ਼ਾਂ ਦੇ ਵੱਲੋਂ ਮਹਿਲ ਲਾਏ ਸੀਗੇ, ਉੱਥੇ ਕਈ ਲੋਕਾਂ ਨੇ ਉਹ ਬੈਲਟ ਜਿਹੜੀ ਆ ਉੱਥੇ ਦੇ ਹੁਣ ਤੁਸੀਂ ਦੇਖੋ ਬੜੇ ਚਿਰ ਤੋਂ ਉਹਨਾਂ ਨੇ ਉਹ ਈਸਾਈ ਮਤ ਨੂੰ ਅਪਣਾਇਆ ਹੋਇਆ, ਈਸਾਈ ਨੇ ਉਹ ਨਾ ਉਹਨਾਂ ਦਾ ਧਰਮ ਈਸਾਈ ਆ। ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਉਦੋਂ ਤਾਂ ਕਦੀ ਸਾਨੂੰ ਲੱਗਿਆ ਨਹੀਂ ਵੀ ਕਿਸੇ ਨੂੰ ਕੋਈ ਧੱਕੇ ਨਾਲ ਈਸਾਈ ਬਣਾਇਆ ਜਾ ਰਿਹਾ ਜਾਂ ਕਿਸੇ ਨੂੰ ਕੋਈ ਧੱਕੇ ਨਾਲ ਸਿੱਖ ਬਣਾਉਣ ਡਿਆ। ਗੱਲ ਇਹ ਆ ਕਿ ਜਦੋਂ ਦੇਖੋ ਹਰ ਕਿਸੇ ਦਾ ਆਪਾਂ ਕਹਿੰਦੇ ਨਾ ਇੱਕ ਬੰਨੇ ਤਾਂ ਅਸੀਂ ਲੋਕਤੰਤਰ ਦੇ ਵਿੱਚ ਕਹਿੰਦੇ ਆ ਵੀ ਧਰਮ ਸਾਡਾ ਆਪਣਾ ਅਧਿਕਾਰ ਖੇਤਰ ਆ, ਹੈ ਨਾ, ਅਸੀਂ ਜਿੱਥੇ ਮਰਜ਼ੀ ਜਾ ਸਕਦੇ ਹਾਂ। ਹੁਣ ਦੂਸਰੇ ਬੰਨੇ ਅਸੀਂ ਕਹਿੰਦੇ ਆ ਵੀ ਮਿਸਗਾਈਡ ਕੀਤਾ ਜਾਂਦਾ, ਵੀ ਕਹਿੰਦੇ ਕੈਂਸਰ ਵਰਗੀ ਜਿਹੜੀ ਬਿਮਾਰੀ ਆ ਉਹ ਵੀ ਕਿਤੇ ਨਾ ਕਿਤੇ ਟਰੀਟ ਕਰੀ ਜਾਂਦੀ, ਇਸ ਕਰਕੇ ਲੋਕੀ ਬਹੁਤ ਜਾਂਦੇ ਆ। ਇਹ ਗਲਤ ਵੀ ਹੋ ਸਕਦਾ ਮਿਸਗਾਈਡ, ਕਿਉਂਕਿ ਕੈਂਸਰ ਵਰਗੀ ਬਿਮਾਰੀ ਨਹੀਂ ਟਰੀਟ ਕੀਤੀ ਜਾ ਸਕਦੀ ਹੈ ਨਾ। ਪਰ ਜਦੋਂ ਅਸੀਂ ਕਹਿੰਦੇ ਆ ਵੀ ਧਰਮ ਦੇ ਵਿੱਚ ਪਾਵਰ ਹੈਗੀ ਆ, ਫਿਰ ਅਸੀਂ ਕਹਿੰਦੇ ਆ ਜੀ ਵਾਕਈ ਹੋ ਸਕਦਾ। ਅਸੀਂ ਕਿਉਂ ਨਹੀਂ ਅਸੀਂ ਇਹ ਕਾਹਤੋਂ ਕਹਿੰਦੇ ਆ ਵੀ ਸਿੱਖ ਨੂੰ ਜਿਹੜਾ ਆ ਉਹਨਾਂ ਨੇ ਜ਼ਬਰਦਸਤੀ ਬਣਾ ਲਿਆ। ਮੈਨੂੰ ਇਹ ਕਿਤੇ ਨਾ ਕਿਤੇ ਲੱਗਦਾ ਆ ਅਸੀਂ ਕਿਉਂਕਿ ਐਸਜੀਪੀਸੀ ਦੇ ਕੋਲ ਆਪਾਂ ਕਹਿੰਦੇ ਐਡਾ ਬਜਟ ਆ, ਕਿਉਂ ਨਹੀਂ ਸਿੱਖ ਮਰਿਆਦਾ, ਸਿੱਖ ਕਿਤਾਬਾਂ, ਸਿੱਖ ਜਿਹੜੀਆਂ ਰਹਿਤਲ ਪਰੰਪਰਾਵਾਂ ਨੇ ਉਹ ਘਰ ਘਰ ਕਾਹਤੋਂ ਨਹੀਂ ਪਹੁੰਚਾਈਆਂ ਇਹਨਾਂ ਨੇ। ਬਹੁਤ ਸਾਰੇ ਧਾਰਮਿਕ ਅਸਥਾਨ ਨੇ, ਹਾਂਜੀ ਧਾਰਮਿਕ ਯਾਦਾਂ ਨੇ, ਇਤਿਹਾਸਿਕ ਯਾਦਾਂ ਨੇ, ਉਹਨਾਂ ਨੂੰ ਸੰਭਾਲਿਆ ਕਿਉਂ ਨਹੀਂ ਸੰਭਾਲਿਆ। ਹੁਣ ਤੁਸੀਂ ਗੱਲ ਕਰਦੇ ਆ, ਦੇਖੋ ਇਹ ਜਿਹੜਾ ਬਟਾਲਾ, ਧਾਲੀਵਾਲ, ਹੁਣ ਦੁਆਬਾ ਖੇਤਰ, ਇਹ ਬਹੁਤ ਜ਼ਿਆਦਾ ਇਹ ਅੱਜ ਕੱਲ੍ਹ ਟਰਾਂਸਫਰ ਜਿਹੜੇ ਨੇ ਜਿਨ੍ਹਾਂ ਦਾ ਕਨਵਰਜਨ ਹੋ ਰਿਹਾ, ਜਿਹਨੂੰ ਅਸੀਂ ਕਹਿੰਦੇ ਆ ਉਹ ਸਿੱਖੀਜ਼ਮ ਤੋਂ ਕਈ ਕਹਿੰਦੇ ਜੀ ਉਹ ਚਲੇ ਗਿਆ, ਫਲਾਣੇ ਤੋਂ ਚਲੇ ਗਏ ਆ। ਧਰਮ ਜਿਹੜਾ ਆ ਉਹ ਹਰ ਧਰਮ ਪੀਸ ਸਿਖਾਉਂਦਾ ਹੈ ਨਾ। ਕੋਈ ਦੇਖੋ ਸਾਡੇ ਧਰਮ ਜੇ ਅਸੀਂ ਸਿੱਖ ਧਰਮ ਦੀ ਗੱਲ ਕਰੀਏ ਤਾਂ ਇੱਥੇ ਵੀ ਕੁਝ ਲੋਕ ਇੱਦਾਂ ਦੇ ਹੁੰਦੇ ਨੇ ਜਿਹੜੇ ਕਹਿੰਦੇ ਨੇ ਵੀ ਪੈਸੇ ਇਕੱਠੇ ਕਰਨਾ ਜਿਹਨਾਂ ਦਾ ਨਿਰੋਲ ਸਾਧਨ ਹੁੰਦਾ ਆ, ਉੱਦਾਂ ਦੇ ਅਨਸਰ ਜਿਹੜੇ ਨੇ ਉਹ ਬਾਕੀ ਧਰਮਾਂ 'ਚ ਵੀ ਹੁੰਦੇ ਆ। ਪਰ ਜੇ ਅਸੀਂ ਗੱਲ ਕਰੀਏ ਕਿ ਸਾਡੇ ਕੋਲੇ ਕਰੋੜਾਂ ਲੱਖਾਂ ਕਰੋੜਾਂ ਦਾ ਬਜਟ ਹੈ, ਅਸੀਂ ਕਿਉਂ ਨਹੀਂ ਆਪਣੇ ਜਵਾਕਾਂ ਤਾਈਂ ਇਹ ਚੀਜ਼ਾਂ ਬਚਾਈਆਂ ਵੀ ਨਹੀਂ ਅਸੀਂ ਖੜੇ ਆ ਤੁਹਾਡੇ ਨਾਲ ਦੁੱਖ ਸੁੱਖ ਦੇ ਵਿੱਚ। ਮੈਂ ਕਿਤੋਂ ਇਹ ਸੁਣਿਆ ਸੀ ਵੀ ਕਹਿੰਦੇ ਜਦੋਂ ਉਹ ਈਸਾਈ ਬਣਾਉਂਦੇ ਆ ਤੇ ਪੈਸੇ ਦੀ ਮਦਦ ਵੀ ਕਰਦੇ, ਜੇ ਤੁਹਾਡੇ ਘਰੇ ਕੋਈ ਬਿਮਾਰ ਆ ਤਾਂ ਉਹ ਕਹਿੰਦੇ ਜੀ ਅਸੀਂ ਇਲਾਜ ਕਰਾਵਾਂਗੇ, ਕਿ ਜੇ ਕਿਸੇ ਨੇ ਪੜ੍ਹਨਾ ਤਾਂ ਅਸੀਂ ਇਲਾਜ ਕਰਾਵਾਂਗੇ। ਕਿਉਂ ਨਹੀਂ ਐਸਜੀਪੀਸੀ ਦੇ ਵੀ ਕਾਲਜ ਹੈਗੇ ਆ, ਹਸਪਤਾਲ ਹੈਗੇ ਆ, ਕਿਉਂ ਨਹੀਂ ਉੱਥੇ ਉਹਨਾਂ ਦਾ ਕਿਉਂ ਨਹੀਂ ਇੰਨਾ ਪ੍ਰਵਾਹ ਹੋਣ ਡਿਆ। ਗੱਲ ਇਹ ਆ ਕਿ ਇਹ ਸਿਰਫ ਇਹ ਮੁੱਦਾ ਨਹੀਂ ਆ, ਇਹ ਕ੍ਰੀਏਟਡ ਮੁੱਦਾ। ਆਪਾਂ ਕਹਿੰਦੇ ਨਹੀਂ ਇਹ ਸਟੋਰੀ ਨਹੀਂ ਹੈ, ਟੇਬਲ ਸਟੋਰੀ ਆ, ਇਦਾਂ ਹੀ ਇਹ ਮੁੱਦਾ ਨਹੀਂ ਆ, ਇਹ ਟੇਬਲ ਮੁੱਦਾ ਜਿਹਨੂੰ ਬਣਾਇਆ ਗਿਆ। ਖੈਰਾ ਸਾਹਿਬ ਸੋਸ਼ਲ ਸਾਇੰਸ ਦਾ ਵਿਸ਼ਾ ਆ ਜਾਂਦਾ ਕਿ ਇਨਸਾਨ ਦੀਆਂ ਮੁੱਢਲੀਆਂ ਲੋੜਾਂ ਨਹੀਂ ਪੂਰੀਆਂ ਹੋ ਰਹੀਆਂ। ਇਨਸਾਨ ਦੇ ਵਾਸਤੇ ਜਿਹੜੀਆਂ ਜ਼ਰੂਰਤਾਂ ਨੇ, ਜੋ ਉਹਦੀਆਂ ਮੁਸ਼ਕਲਾਂ ਨੇ, ਉਹਨਾਂ ਨੂੰ ਸਮਾਜ ਹੱਲ ਨਹੀਂ ਕਰਨਾ ਚਾਹ ਰਿਹਾ ਜਾਂ ਹੱਲ ਕਰ ਨਹੀਂ ਸਕਦਾ ਜਾਂ ਹੱਲ ਕਰਦਾ ਨਹੀਂ ਪਿਆ ਜੀ। ਇਸ ਕਰਕੇ ਜੋ ਕਨਵਰਜਨ ਕਰਵਾਇਆ ਜਾਂਦਾ ਉਹਨਾਂ ਕੋਲੇ ਪੁਆਇੰਟ ਹੁੰਦਾ ਕਿ ਇਹਦੀ ਦੁੱਖ ਦੀ ਰਗ ਇਹ ਹੈ, ਇਹਦੀ ਕਮਜ਼ੋਰੀ ਇਹ ਹੈ, ਤਾਂ ਉਹਨੂੰ ਪੈਸੇ ਦੇ ਕੇ ਚੇਂਜ ਕਰੋ। ਔਰ ਉਹ ਚੇਂਜ ਹੋ ਵੀ ਜਾਂਦਾ ਕਿਉਂਕਿ ਇਨਸਾਨ ਨੂੰ ਸਹੂਲਤਾਂ ਚਾਹੀਦੀਆਂ ਨੇ, ਇਸ ਤਰ੍ਹਾਂ ਵੀ ਇਹਨੂੰ ਲੈ ਸਕਦੇ। ਤੁਸੀਂ ਇਹ ਬਿਲਕੁਲ ਠੀਕ ਕਹਿੰਦੇ ਹੋ ਕਿ ਜੇ ਸਾਨੂੰ ਇੰਨੀ ਪਰਵਾਹ ਹੈ, ਸਾਡੇ ਕੋਲ ਇੰਨਾ ਬਜਟ ਹੈ, ਅਸੀਂ ਕਰ ਸਕਦੇ ਹਾਂ, ਫਿਰ ਕਿਉਂ ਨਹੀਂ ਕਰਦੇ। ਹੁਣ ਦੂਸਰੇ ਕਰ ਸਕਦੇ ਨੇ, ਉਹ ਕਰਨ 'ਚ ਕਾਮਯਾਬ ਹੋ ਜਾਂਦੇ ਨੇ, ਫਿਰ ਤੁਹਾਨੂੰ ਇੱਥੇ ਇਤਰਾਜ਼ ਵੀ ਹੁੰਦੇ। ਹੁਣ ਉਹ ਲੋੜਵੰਦ ਹੈ, ਉਹ ਲੋੜਵੰਦ ਨੂੰ ਜ਼ਰੂਰਤ ਹੈ, ਰੋਟੀ ਖਾਣੀ ਹੈ, ਭੁੱਖ ਲੱਗੀ ਹੋਈ ਹੈ, ਘਰ ਕੋਈ ਬਿਮਾਰ ਹੈ, ਉਹਨੂੰ ਪੈਸਾ ਚਾਹੀਦਾ ਉਹਦੇ ਉੱਤੇ ਇਲਾਜ ਵਾਸਤੇ, ਤਾਂ ਕਿਸੇ ਨੇ ਉਹਦੀ ਇਸ ਕਮਜ਼ੋਰੀ ਦਾ ਜਾਂ ਮਜਬੂਰੀ ਦਾ ਫਾਇਦਾ ਉਠਾ ਕੇ ਉਹਨੂੰ ਕਿਹਾ ਕਿ ਮੈਂ ਤੈਨੂੰ ਇੰਨਾ ਦੇਣਾ, ਤੂੰ ਆਹ ਕਰ ਮੇਰੇ ਕਹੇ ਦੇ ਉੱਤੇ, ਉਹਨਾਂ ਨੇ ਕਰ ਲਿਆ। ਹੁਣ ਅਸੀਂ ਇੱਥੇ ਆਬਜੈਕਸ਼ਨ ਕਰਦੇ ਪਏ ਹਾਂ, ਉਦੋਂ ਉਹਦੇ ਨਾਲ ਕਿਉਂ ਨਹੀਂ ਖੜੇ ਹੋਏ। ਠੀਕ ਹੈ, ਹੁਣ ਜੇ ਆਪਾਂ ਚਰਚ ਦੀ ਗੱਲ ਕਰਾਂਗੇ ਤਾਂ ਨੈਚੁਰਲੀ ਉਹ ਵੀ ਆਪਣੀ ਜਗ੍ਹਾ ਸੱਚੇ ਨੇ, ਉਹ ਆਪਣੀ ਜਗ੍ਹਾ ਗਲਤ ਨਹੀਂ ਹੈ। ਦੇਖੋ ਕਿਸੇ ਵੀ ਧਰਮ ਜਿਹੜਾ ਧਾਰਮਿਕ ਅਸੀਂ ਕਿਸੇ ਨੂੰ ਮਜਬੂਰ ਨਹੀਂ ਕੀਤਾ, ਉਹ ਕਹਿੰਦੇ ਮਰਜ਼ੀ ਨਾਲ ਆਇਆ ਔਰ ਇਹ ਫੈਕਚੁਅਲ ਆ। ਹੁਣ ਆਪਾਂ ਜਦੋਂ ਗੱਲ ਕਰਦੇ ਨਾ ਵੀ ਦੇਖੋ ਧਰਮ ਕੋਈ ਵੀ ਹੋਵੇ, ਜਦ ਤੱਕ ਉਹ ਤੁਹਾਨੂੰ ਗਲਤ ਨਹੀਂ ਸਿਖਾਉਂਦਾ ਨਾ, ਉਹਦੇ ਧਾਰਮਿਕ ਸਥਾਨ ਨੂੰ ਨਹੀਂ ਠੇਸ ਪਹੁੰਚਾਉਣੀ ਚਾਹੀਦੀ। ਬਿਲਕੁਲ ਹੈ ਨਾ। ਹੁਣ ਇਹ ਨੰਦਨਪੁਰ ਦਾ ਮਾਮਲਾ ਜਿਹਦੇ ਤੇ ਆਪਾਂ ਬੇਸ ਗੱਲਬਾਤ ਕਰਦੇ ਹਾਂ, ਉੱਥੇ ਸਵੇਰੇ ਚਰਚ ਦੇ ਵਿੱਚ ਜਾ ਕੇ ਭੰਨ ਤੋੜ ਕੀਤੀ ਆ। ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਬਹੁਤ ਖਤਰਨਾਕ ਗੱਲ ਆ। ਬਿਲਕੁਲ ਜੀ। ਦੇਖੋ ਨਾ ਸਾਡਾ ਜਿਹੜਾ ਸੰਵਿਧਾਨ ਹੈ ਇਹਦੇ 'ਚ ਦੋ ਚੀਜ਼ਾਂ ਆ ਜਾਂਦੀਆਂ, ਅਸੀਂ ਇਹ ਦੋਵਾਂ ਚੀਜ਼ਾਂ ਨੂੰ ਮਿਕਸ ਕਰ ਦਿੰਦੇ ਹਾਂ। ਜਿਹੜਾ ਸਾਡਾ ਸਮਾਜ ਹੈ ਉਹ ਇੱਕ ਸੰਸਕ੍ਰਿਤੀ ਹੈ ਜੀ। ਸੰਸਕ੍ਰਿਤੀ ਦੇ ਵਿੱਚ ਸਾਡਾ ਭਾਈਚਾਰਾ ਹੈ,
ਸ਼ੁਰੂ ਤੋਂ ਅਸੀਂ ਦੇਖਦੇ ਹਾਂ ਵੈਲਿਊ ਸਿਸਟਮ ਜਿਹੜਾ ਸਾਡਾ ਚੱਲਦਾ ਹੈ, ਮਹਾਂਪੁਰਖ ਦੱਸਦੇ ਨੇ, ਧਾਰਮਿਕ ਗ੍ਰੰਥ ਦੱਸਦੇ ਨੇ, ਉਹ ਸੰਸਕ੍ਰਿਤੀ ਉਹਨੂੰ ਫੋਲੋ ਕਰਦੇ ਹਾਂ ਅਸੀਂ, ਹੋਰ ਤਾਂ ਕਿਸੇ ਚੀਜ਼ ਨੂੰ ਫੋਲੋ ਨਹੀਂ ਕਰਦੇ। ਅਸੀਂ ਜਿਸ ਵੀ ਕਮਿਊਨਿਟੀ ਦੇ ਹੈਗੇ ਹਾਂ, ਸਾਡੇ ਆਪਣੇ ਪਵਿੱਤਰ ਗ੍ਰੰਥ ਨੇ, ਉਹਨਾਂ ਦੇ ਮੁਤਾਬਿਕ ਅਸੀਂ ਚੱਲਣਾ, ਇਹ ਸਾਡੀ ਸੰਸਕ੍ਰਿਤੀ ਹੈ। ਜਿਹੜਾ ਸਾਡਾ ਸੰਵਿਧਾਨ ਹੈ ਉਹ ਇੱਕ ਅਲੱਗ ਗ੍ਰੰਥ ਹੈ, ਉਹਦੇ ਵਿੱਚ ਸੈਕੂਲਰਿਜ਼ਮ ਦੀ ਗੱਲ ਹੈ ਕਿ ਸਾਰੇ ਧਰਮਾਂ ਨੂੰ ਬਰਾਬਰ, ਸਾਰੀ ਜਾਤ-ਪਾਤ ਨੂੰ ਬਰਾਬਰ ਪੂਰੇ ਮੌਕੇ ਦਿੱਤੇ ਜਾਣਗੇ, ਵਿਕਾਸ ਕਰਨ ਦਾ ਮੌਕਾ ਦਿੱਤਾ ਜਾਏਗਾ, ਡਿਵੈਲਪਮੈਂਟ ਦਾ ਮੌਕਾ ਦਿੱਤਾ ਜਾਏਗਾ, ਹਰ ਤਰ੍ਹਾਂ ਦਾ ਮੌਕਾ ਦਿੱਤਾ ਜਾਏਗਾ। ਉਹ ਇੱਕ ਵੱਖਰੀ ਚੀਜ਼ ਹੈ। ਅਸੀਂ ਸੈਕੂਲਰ ਸਮਾਜ ਨੂੰ ਸੈਕੂਲਰ ਨਹੀਂ ਬਣਾ ਸਕਦੇ, ਸਮਾਜ ਨੂੰ ਸੰਸਕ੍ਰਿਤ ਦੇ ਸਕਦੇ ਹਾਂ, ਲੇਕਿਨ ਸੰਵਿਧਾਨ ਦਾ ਗੁਣ ਹੈ ਕਿ ਉਹ ਸੈਕੂਲਰ ਹੈ। ਇੱਥੇ ਅਸੀਂ ਕੀ ਕਰਦੇ ਪਏ ਹਾਂ ਕਿ ਆਪਣਾ ਧਰਮ ਦੂਜੇ ਉੱਤੇ ਥੋਪਣ ਦੀ ਕੋਸ਼ਿਸ਼ ਕਰਦੇ ਹਾਂ, ਦੂਜੇ ਨੂੰ ਆਪਣੇ ਮੁਤਾਬਿਕ ਮੋਲਡ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਦੂਜੇ ਨੂੰ ਆਪਣੇ ਮੁਤਾਬਿਕ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਹਰ ਥਾਂ ਦੇ ਉੱਤੇ ਹੀ ਕੁਝ ਹੋ ਰਿਹਾ, ਕਨਵਰਜਨਸ ਹੋ ਰਹੇ ਨੇ, ਕਿਸੇ ਨਾ ਕਿਸੇ ਰੂਪ ਦੇ ਵਿੱਚ ਹੋ ਰਹੇ ਨੇ। ਔਰ ਜੋ ਸੋਸ਼ਲ ਸਾਇੰਟਿਸਟ ਨੇ, ਜੋ ਸਮਾਜ ਨੂੰ ਸਮਝਦੇ ਨੇ, ਸਮਾਜ ਵਿਗਿਆਨੀ ਨੇ, ਉਹ ਹਮੇਸ਼ਾ ਇਸ ਗੱਲ ਨੂੰ ਕਹਿੰਦੇ ਨੇ ਕਿ ਇੱਦਾਂ ਤੁਸੀਂ ਨਫ਼ਰਤ ਵਧਾ ਰਹੇ ਹੋ, ਇਸ ਤਰ੍ਹਾਂ ਤੁਸੀਂ ਝਗੜੇ ਖੜੇ ਕਰ ਰਹੇ ਹੋ ਔਰ ਆਉਣ ਵਾਲੀ ਪੀੜ੍ਹੀ ਵਾਸਤੇ ਇੱਕ ਔਖਾ ਸਮਾਂ ਲੈ ਕੇ ਆ ਰਹੇ ਹੋ। ਅਸੀਂ ਪਹਿਲਾਂ ਵੀ ਬਟਵਾਰਾ ਦੇਖ ਚੁੱਕੇ ਹਾਂ, ਉਹ ਵੀ ਧਰਮ ਦੇ ਆਧਾਰ ਤੇ ਹੋਇਆ। ਅੱਜ ਵੀ ਅਸੀਂ ਝਗੜੇ ਦੇਖਦੇ ਹਾਂ, ਧਰਮ ਦੇ ਆਧਾਰ ਤੇ ਹੁੰਦੇ ਨੇ। ਵੋਟਾਂ ਦਾ ਵੰਡ ਵੰਡਈਆ ਹੁੰਦਾ, ਧਰਮ ਦੇ ਆਧਾਰ ਤੇ ਹੁੰਦਾ। ਧਰਮ ਨੂੰ ਹਰ ਥਾਂ ਦੇ ਉੱਤੇ ਇਸਤੇਮਾਲ ਕੀਤਾ ਜਾਂਦਾ ਜੀ। ਅੱਛਾ, ਇਹ ਤਾਂ ਚਲੋ ਹੈ ਨਾ ਵੀ ਪੋਲੀਟੀਕਲ ਰਾਜਨੀਤਿਕ ਚੀਜ਼ਾਂ, ਇਹ ਰਾਜਨੀਤਿਕ ਰੰਗਣ ਜਦੋਂ ਕਿਤੇ ਵੀ ਹੁੰਦਾ ਨਾ, ਤਾਂ ਫਿਰ ਚੰਦ ਕੁ ਲੋਕਾਂ ਨੂੰ ਇਹ ਕਹਿੰਦੇ ਆ ਕਿ ਬੈਨੀਫਿਟਡ ਹੁੰਦਾ ਆ, ਬਾਕੀ ਲੋਕਾਂ ਨੂੰ ਜਿਹੜਾ ਨਹੀਂ ਕਰਦਾ, ਨੁਕਸਾਨ ਕਰੇਗਾ। ਪਰ ਅੱਜ ਮੈਂ ਨਾ ਸਵੇਰੇ ਸੰਜੀਵ ਜੀ, ਆਪਾਂ ਮੈਨੂੰ ਲੱਗਦਾ ਹੁੰਦਾ ਲਗਾਤਾਰ ਅਸੀਂ ਨਾ ਸਾਰੀਆਂ ਨੈਗੇਟਿਵ ਚੀਜ਼ਾਂ ਡਿਸਕਸ ਕਰਦੇ ਰਹਿੰਦੇ ਆ, ਕਿਉਂਕਿ ਸਾਡਾ ਕੰਮ ਹੈ ਨਾ। ਤੇ ਅੱਜ ਮੈਂ ਸਵੇਰੇ ਜਦੋਂ ਅਖਬਾਰ ਖੋਲ੍ਹਦਾ ਸੀਗਾ ਤੇ ਮੈਂ ਬੜੀ ਸੋਹਣੀ ਖਬਰ ਪੜ੍ਹੀ ਆ ਕਿ PGI ਦੇ ਵਿੱਚ ਇੱਕ ਕੁੜੀ ਹੈ ਜਿਹੜਾ 3-4 ਸਾਲ ਪਹਿਲਾਂ ਉਹਦਾ ਕਿਡਨੀ ਟ੍ਰਾਂਸਪਲਾਂਟ ਹੋਇਆ ਸੀ, ਲੀਵਰ ਦੀ ਥਾਂ ਤੇ ਕਿਡਨੀ ਟ੍ਰਾਂਸਪਲਾਂਟ ਤੇ ਪੈਂਕਰੀਆਸ ਟ੍ਰਾਂਸਪਲਾਂਟ ਹੋਇਆ। ਹਾਂਜੀ। ਤੇ ਉਹ ਅੱਜ 32 ਸਾਲਾਂ ਦੀ ਉਮਰ, ਮਤਲਬ 3-4 ਸਾਲ ਹੋ ਗਏ ਉਹਨਾਂ ਦੇ ਆਪਰੇਸ਼ਨ ਹੋਏ ਨੂੰ, ਤੇ ਬੜੇ ਨੋਰਮਲ ਸੀਗਾ। ਤੇ ਅੱਜ 32 ਸਾਲਾਂ ਦੀ ਉਮਰ ਦੇ ਵਿੱਚ ਉਹਨੇ ਇੱਕ ਬੇਬੀ, ਮਤਲਬ ਉਹਦਾ ਬੇਬੀ ਬॉय ਡਿਲੀਵਰ ਹੋਇਆ। ਮੈਂ ਸੋਚਦਾ ਵੀ ਸਾਇੰਸ ਕਿੱਡੀ ਤਰੱਕੀ ਕਰ ਗਈ ਹੈ। ਨੈਚੁਰਲੀ PGI ਦੇ ਵਿੱਚ ਇਹ ਪਹਿਲਾ ਕੇਸ ਹੈ। ਹਾਲਾਂਕਿ ਉਹਨਾਂ ਨੇ ਰੈਫਰੈਂਸ ਦਿੱਤੀ ਹੈ ਕਿ ਅਮਰੀਕਾ ਦੇ ਵਿੱਚ 35,000 ਦੇ ਕਰੀਬ ਇੱਦਾਂ ਦੇ ਕੇਸਿਸ ਹੈਂਡਲ ਹੋਏ ਨੇ, ਪਰ ਇਹ ਕਾਮਯਾਬ ਰਿਹਾ ਹੈ, ਫਸਟ ਕੇਸ ਇਨ ਇੰਡੀਆ। ਔਰ ਇਸ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ, ਕਿਉਂਕਿ ਇਹ ਚਾਹੁੰਦੇ ਸੀਗੇ ਕਿ 9 ਮਹੀਨੇ ਤੋਂ ਬਾਅਦ ਸ਼ਾਇਦ ਸਿਜ਼ੇਰੀਅਨ ਨਾ ਕਰਨਾ ਪਵੇ, ਕਿਉਂਕਿ ਜਿਸ ਤਰ੍ਹਾਂ ਦੀ ਕੰਡੀਸ਼ਨ ਸੀ, ਡਾਇਲਿਸਿਸ ਹੁੰਦਾ ਰਿਹਾ ਸੀ ਪਹਿਲਾਂ ਜਦੋਂ ਕਿਡਨੀ ਟ੍ਰਾਂਸਪਲਾਂਟ ਤੋਂ ਪਹਿਲਾਂ ਉਸ ਲੜਕੀ ਦਾ, ਬਟ ਇਟਸ ਅ ਨਾਰਮਲ ਡਿਲੀਵਰੀ ਔਰ ਬੱਚਾ ਔਰ ਮਾਂ ਦੋਨੋਂ ਬਿਲਕੁਲ ਠੀਕ ਨੇ। ਬਾਕੀ ਤੁਸੀਂ ਠੀਕ ਕਹਿ ਰਹੇ ਹੋ, ਸਾਇੰਸ ਨੇ ਬਹੁਤ ਤਰੱਕੀ ਕੀਤੀ। ਅੱਛਾ, ਮਤਲਬ ਮੈਨੂੰ ਇਹ ਲੱਗਦਾ ਸੀ ਵੀ ਚਮਤਕਾਰ ਹੈ ਉਹ, ਪਰਮਾਤਮਾ ਜਾਂ ਇੱਕ ਸ਼ਕਤੀ ਜਿਹਨੂੰ ਅਸੀਂ ਨੇਚਰ ਕਹਿੰਦੇ ਆ ਨਾ, ਜਿਹਨੇ ਉਹਨੂੰ ਜਿਹੜੀ ਦਾਤ ਬਖਸ਼ਣੀ ਆ ਉਹ ਬਖਸ਼ਣੀ। ਨਹੀਂ ਤਾਂ ਬਹੁਤ ਹੈ, ਕਿਉਂਕਿ ਤੁਹਾਡੀ ਬਾਡੀ ਵੀਕ ਹੋ ਜਾਂਦੀ ਆ। ਮੈਨੂੰ ਯਾਦ ਹੈ ਕਿ ਸਾਡੇ ਕਿਸੇ ਰਿਲੇਟਿਵ ਦਾ ਹੋਇਆ ਸੀਗਾ, ਉਹ ਵੀ ਬੜੀ ਛੋਟੀ ਉਮਰ ਦਾ ਸੀਗਾ, ਪਰ ਉਹਨੂੰ 5-6 ਸਾਲ ਰਿਕਵਰ ਕਰਨ ਨੂੰ ਹੀ ਲੱਗ ਗਏ ਸੀਗੇ ਨੋਰਮਲ ਆਉਣ ਨੂੰ, ਕਿਉਂਕਿ 1 ਸਾਲ ਤੇ ਬਹੁਤ ਤੁਸੀਂ ਲਿਕੁਇਡ ਖਾਂਦੇ ਆ, ਮਾਈਲਡ ਜਿਹਾ ਖਾਂਦੇ ਆ, ਫਿਰ 2-3 ਸਾਲ ਤੇ ਬੜੇ ਤੁਸੀਂ ਕੋਪ ਕਰਦੇ ਹੋ ਉਹਨਾਂ ਸਾਰੀਆਂ ਚੀਜ਼ਾਂ ਦੇ ਨਾਲ। ਬਿਲਕੁਲ ਸਹੀ ਗੱਲ ਹੈ। ਔਰ ਮੈਂ ਕਈ ਵਾਰ ਤੁਹਾਡੀ ਗੱਲ ਤੋਂ ਅੱਗੇ ਵਧਾਉਣਾ, ਸਾਇੰਸ ਕੋਲ ਕੋਈ ਇਦਾਂ ਦਾ ਇੰਜੈਕਸ਼ਨ ਨਹੀਂ ਹੈਗਾ ਕਿ ਸਭ ਨੂੰ ਲਗਾ ਕੇ ਬੰਦਾ ਬਣਾ ਦਿਓ, ਮਤਲਬ ਸਹੀ ਕਰ ਦਿਓ ਸਭ ਨੂੰ। ਨਹੀਂ, ਬੰਦੇ ਤਾਂ ਅਸੀਂ ਹੈਗੇ ਆ, ਪਤਾ ਸਾਡੇ ਹਾਲਾਤ ਮਾੜੇ ਹੋ ਗਏ, ਬੰਦਿਆਂ ਵਾਲੀਆਂ ਕਰਤੂਤਾਂ ਨਹੀਂ ਨਾ ਹੈਗੀਆਂ। ਹਾਂ, ਕਰਤੂਤਾਂ ਸਾਡੀਆਂ ਨਾ ਉਹ ਹੋ ਗਈਆਂ, ਥੋੜ੍ਹੀਆਂ ਵੱਖਰੀਆਂ ਹੋ ਗਈਆਂ। ਸੋ ਇਸ ਤਰ੍ਹਾਂ ਦਾ ਵੀ ਸਾਇੰਸ ਨੂੰ ਕੋਈ ਨਾ ਕੋਈ ਟੀਕਾ ਇਜਾਦ ਕਰਨਾ ਚਾਹੀਦਾ ਕਿ ਟੀਕਾ ਲਾਓ, ਉਹਦੇ 'ਚੋਂ ਬੇਈਮਾਨੀ ਬਾਹਰ, ਲਾਲਚ ਬਾਹਰ, ਰਿਸ਼ਵਤਖੋਰੀ ਬਾਹਰ, ਧਾਰਮਿਕ ਦੰਗੇ ਕਰਵਾਉਣਾ ਬਾਹਰ, ਬੰਦਾ ਸਹੀ। ਸੋ ਇਦਾਂ ਦੇ ਵੀ ਹੋਣੇ ਚਾਹੀਦੇ ਨੇ। ਸੋ ਅਸੀਂ ਇੱਕ ਹੋਰ ਚੀਜ਼ ਲੈਂਦੇ ਹਾਂ ਕਿ ਉਹੀ ਗੈਂਗਸਟਰਸ, ਲਖਵੀਰ ਲੰਡਾ ਗ੍ਰਿਫਤਾਰ। ਨਹੀਂ, ਜਿਹੜਾ ਲਖਵੀਰ ਲੰਡਾ ਹੈ ਨਾ, ਇਹ ਲੰਡਾ ਜਿਹੜਾ ਆ ਇਹ ਬਹੁਤ ਤਕੜਾ ਗੈਂਗਸਟਰ ਹੈ। ਇਹ ਤੁਹਾਨੂੰ ਯਾਦ ਹੋਵੇਗਾ ਕਿ ਮੋਹਾਲੀ ਇੰਟੈਲੀਜੈਂਸ ਦੇ ਉੱਤੇ ਹਮਲਾ ਹੋਇਆ ਸੀਗਾ। ਬਿਲਕੁਲ। ਇਹਦੀ ਇਸੀ ਗੈਂਗ ਦਾ ਇੱਕ ਇੰਟਰਨੈਸ਼ਨਲ ਸ਼ੂਟਰ ਹੈ ਕਰਨ, ਉਹ ਬਿਹਾਰ ਤੋਂ ਫੜਿਆ ਗਿਆ। ਅੱਛਾ, ਲੰਡਾ ਨਹੀਂ ਫੜਿਆ ਗਿਆ? ਲੰਡਾ ਨਹੀਂ ਫੜਿਆ ਗਿਆ, ਇਸੇ ਗੈਂਗ ਦਾ, ਲੰਡਾ ਗੈਂਗ ਦਾ ਇੰਟਰਨੈਸ਼ਨਲ ਸ਼ੂਟਰ ਹੈ ਕਰਨ ਜਿਹੜਾ ਬਿਹਾਰ ਤੋਂ ਫੜਿਆ ਗਿਆ। ਔਰ ਕਰਨ ਬਿਹਾਰ ਦੇ ਵਿੱਚ ਸੀਗਾ ਤੇ ਉਹਨੇ ਬੜੀ ਵੱਡੀ ਇਨਫੋਰਮੇਸ਼ਨ ਦਿੱਤੀ ਹੈ। ਕਹਿੰਦੇ ਜੀ ਵੀ ਅੱਜ ਕੱਲ੍ਹ ਅਸੀਂ ਜਿਹੜੀ ਅਸਾਈਨਮੈਂਟ 'ਤੇ ਕੰਮ ਕਰ ਰਹੇ ਸੀਗੇ, ਉਹ ਵੈਲ ਨੋਨ ਐਕਟਰ ਸਲਮਾਨ ਖਾਨ ਨੂੰ ਜਿਹੜਾ ਆ ਉਹਨੂੰ ਟਿਪਸ 'ਤੇ ਰੱਖਣ ਦੀ ਗੱਲ ਕਰ ਰਹੇ ਸੀਗੇ। ਤੁਸੀਂ ਦੇਖ ਲਓ ਕਿੰਨੀ ਵੱਡੀ ਕੌਨਸਪੀਰੈਂਸੀ ਆ। ਅਸੀਂ ਪੜ੍ਹਿਆ ਸੀਗਾ ਵੀ ਕਿਹੜੀਆਂ ਗੈਂਗਸ ਜਿਹੜੀਆਂ ਨੇ, ਚਾਹੇ ਉਹ ਬਿਸ਼ਨੋਈ ਗੈਂਗ ਹੈ, ਉਹ ਫਲਾਨੀ ਗੈਂਗ ਹੈ, ਉਹ ਕਹਿੰਦੀ ਸਲਮਾਨ ਖਾਨ ਨੂੰ ਧਮਕੀਆਂ ਦੇਣੀਆਂ। ਤਾਂ ਤੁਸੀਂ ਦੇਖੋ ਇੰਟਰਨੈਸ਼ਨਲ ਸ਼ੂਟਰ ਜਿਹਨੂੰ ਅਸੀਂ ਕਹਿੰਦੇ ਕਰਨ, ਅਸੀਂ ਫਿਲਮਾਂ ਦੇ ਵਿੱਚ ਦੇਖਦੇ ਹੁੰਦੇ ਵੀ ਉਹ ਸ਼ੂਟਰ ਹਾਇਰ ਕੀਤਾ ਹੁੰਦਾ, ਉਹ ਬੜੇ ਵਧੀਆ ਕੱਪੜੇ 'ਚ ਪਾਏ ਹੁੰਦੇ ਆ ਤੇ ਸ਼ੂਟ ਕਰਦਾ ਆ ਤੇ ਚਲੋ ਉਹ ਚਲੇ ਜਾਂਦਾ ਆ। 3 ਪੀਸ ਸਨਾਈਪਰਸ ਜਿਹਨੂੰ ਅਸੀਂ ਕਹਿੰਦੇ ਆ ਨਾ। ਹਾਂ, ਤੇ ਇਹ ਇੱਕ ਤਰੀਕੇ ਨਾਲ ਮੈਨੂੰ ਲੱਗਦਾ ਕਿ ਬੜਾ ਆਰਗੇਨਾਈਜ਼ ਕ੍ਰਾਈਮ ਹੋ ਗਿਆ। ਡਰ ਨਹੀਂ ਰਿਹਾ ਕਿਸੇ ਚੀਜ਼ ਦਾ। ਸਾਨੂੰ ਲੱਗਦਾ ਨਾ ਕਿ ਅਸੀਂ ਚੀਜ਼ਾਂ ਨੂੰ ਆਪਣੇ ਹੱਥ 'ਚ ਲੈ ਲਾਂਗੇ, ਆਪਣੇ ਤਰੀਕੇ ਦੇ ਨਾਲ ਕਰ ਲਾਂਗੇ, ਆਪਣੀ ਮਰਜ਼ੀ ਦੇ ਨਾਲ ਕਰ ਲਾਂਗੇ। ਬਹੁਤ ਮਤਲਬ ਅਸੀਂ ਵਾਕਈ ਤੁਹਾਡੇ ਕਹਿਣ ਵੱਲੋਂ ਵੀ ਕੋਈ ਤਾਂ ਟੀਕਾ ਇੱਦਾਂ ਦਾ ਹੋਵੇ ਜਿੱਥੇ ਇਨਸਾਨੀਅਤ ਨੂੰ ਬਰਕਰਾਰ ਲੈ ਕੇ ਆ ਜਾਵੇ।
ਮਤਲਬ ਪੂਰਾ ਨਾ ਫਿਲਮੀ ਜਿਹਾ ਬਣ ਗਿਆ ਜਦੋਂ ਅਸੀਂ ਇੱਕ ਨਿਊਜ਼ ਸੁਣਦੇ ਹਾਂ, ਖਾਸ ਕਰਕੇ ਬੱਚੇ ਇਮੇਜਿਨੇਸ਼ਨ 'ਚ ਚਲੇ ਜਾਂਦੇ। ਬੱਚਿਆਂ ਨੂੰ ਲੱਗਦਾ ਕਿ ਗੈਂਗਸਟਰ ਹੋਣਾ ਇੱਕ ਅਹੁਦਾ ਆ, ਇੱਕ ਪਦਵੀ ਆ, ਪੋਜ਼ਿਟਿਵ ਚੀਜ਼ ਆ, ਇਹ ਹੋਣਾ ਚਾਹੀਦਾ। ਮੈਂ ਗੈਂਗਸਟਰ ਬਣਾਂਗਾ ਵੱਡਾ ਹੋ ਕੇ, ਲੋਕ ਮੇਰੇ ਤੋਂ ਡਰਨਗੇ। ਅੱਛਾ, ਇੱਕ ਜਾਂਦੇ ਜਾਂਦੇ ਇੱਕ ਬਹੁਤ ਵੱਡੀ ਅਹਿਮ ਗੱਲ ਆ, ਕੈਪਟਨ ਅਮਰਿੰਦਰ ਹੁਣਾਂ ਨੇ ਨਾ ਇੱਕ ਸਟੇਟਮੈਂਟ ਦਿੱਤੀ ਆ, ਕਹਿੰਦੇ ਜੀ ਜਿਹੜਾ ਗੈਂਗਸਟਰ ਹਥਿਆਰ ਨਹੀਂ ਛੱਡਦਾ ਤੇ ਉਹਨੂੰ ਗੋਲੀ ਮਾਰ ਦਿਓ। ਤੁਸੀਂ ਕੀ ਕਹਿੰਦੇ ਆ ਇਹਦੇ ਤੇ? ਇਹਦੇ ਉੱਤੇ ਕਹਾਂਗੇ ਕਿ ਜੋ ਸੰਵਿਧਾਨ ਹੈ ਉਹੀ ਹਿਊਮਨ ਰਾਈਟਸ ਦੀ ਗੱਲ ਆ ਜਾਏਗੀ। ਉਹ ਰਾਜਵਾੜੇ ਨੇ, ਰਾਜਸ਼ਾਹੀ ਹੈ, ਉਹ ਥੋੜਾ ਜਿਹਾ ਉਹ ਵੀ ਬੈਂਟ ਆਫ ਮਾਈਂਡ ਹੁੰਦਾ ਨਾ, ਥੋੜੀ ਉਹ ਵੀ ਸੋਚ ਹੁੰਦੀ ਹੈ ਕਿ ਉਡਾ ਦਿਓ, ਜੋ ਨਹੀਂ ਮੰਨਦਾ ਉਡਾ ਦਿਓ। ਬਟ ਸੰਵਿਧਾਨ, ਕਿਉਂਕਿ ਸੀਐਮ ਮਾਨ ਪਹਿਲਾਂ ਵੀ ਕਹਿ ਚੁੱਕੇ ਨੇ ਕਿ ਅਸੀਂ ਇਹਨਾਂ ਮੁੰਡਿਆਂ ਨੂੰ, ਕਿਉਂਕਿ ਸਾਡੇ ਆਪਣੇ ਮੁੰਡੇ ਨੇ, ਸਾਡੇ ਆਪਣੇ ਸਮਾਜ ਦੇ ਮੁੰਡੇ ਨੇ, ਗਲਤ ਰਾਹਾਂ ਤੇ ਪੈ ਗਏ, ਬਹੁਤ ਦੂਰ ਨਿਕਲ ਗਏ ਨੇ, ਤਾਂ ਕੋਰਟ ਦੇਖੇਗਾ ਕਿ ਉਹਨਾਂ ਦੇ ਨਾਲ ਕੋਰਟ ਦੇ ਮੁਤਾਬਿਕ, ਲਾਅ ਦੇ ਮੁਤਾਬਿਕ ਕੀ ਉਹਨਾਂ ਦੇ ਨਾਲ ਫੈਸਲਾ ਕੀਤਾ ਜਾਏ, ਕੀ ਇਨਸਾਫ ਕੀਤਾ ਜਾਏ, ਜੇਲ੍ਹ ਭੇਜਿਆ ਜਾਵੇ, ਕਿੱਦਾਂ ਹੋਵੇ, ਕੀ ਸਜ਼ਾ ਮਿਲਣੀ ਚਾਹੀਦੀ ਹੈ। ਪਰ ਜਿਹੜੇ ਬਹੁਤ ਹੀ ਦੂਰ ਨਹੀਂ ਨਿਕਲੇ, ਹਜੇ ਨਵੇਂ ਨੇ, ਉਹਨਾਂ ਨੂੰ ਉਹਦੇ ਮੁਤਾਬਿਕ ਦੇਖਿਆ ਜਾਏਗਾ। ਪਰ ਸਾਡਾ ਫਰਜ਼ ਇਹ ਬਣਦਾ ਹੈ ਕਿ ਸਹੀ ਰਾਹ ਤੇ ਲਿਆ ਕੇ ਇਹਨਾਂ ਨੂੰ ਮੇਨ ਸਟ੍ਰੀਮ ਦੇ ਵਿੱਚ ਲਿਆਂਦਾ ਜਾਵੇ। ਵਾਕਈ ਠੀਕ ਹੈ, ਇਹ ਮਾਨ ਸਾਹਿਬ ਦੀ ਸਟੇਟਮੈਂਟ ਰਹੀ ਹੈ। ਔਰ ਕੁਝ ਦਿਨ ਪਹਿਲਾਂ ਆਪਾਂ ਇਹ ਵੀ ਦੇਖਿਆ ਸੀ, ਆਨਲਾਈਨ ਭਰਤੀ ਵੀ ਹੋ ਰਹੀ ਹੈ। ਵਾਕਈ ਵੇਖੋ, ਜਿਹੜਾ ਨਿਕਲ ਗਿਆ ਇਹਦਾ ਮਤਲਬ ਇਹ ਨਹੀਂ ਕਿ ਉਹ ਘਰ ਪਰਤ ਨਹੀਂ ਸਕਦਾ। ਮੈਨੂੰ ਲੱਗਦਾ ਇਹ ਸਟੇਟਮੈਂਟ ਬਿਲਕੁਲ ਗਲਤ ਹੈ। ਅਸੀਂ ਬੜੇ ਤਰੀਕਿਆਂ ਨਾਲ ਮੋੜ ਸਕਦੇ ਹਾਂ, ਬੜੇ ਸਾਰੀਆਂ ਤਰੀਕੇ ਨਹੀਂ ਹੁੰਦੇ। ਫਿਲਹਾਲ ਤੁਸੀਂ ਇੱਕ ਨਾ ਹੋਰ ਵੀ ਗੱਲ ਸੀਗੀ, ਤੁਸੀਂ ਇਹਦੇ ਨਾਲ ਐਡ ਕਰ ਸਕਦੇ ਹੋ, ਜੋ ਬਜ਼ੁਰਗਾਂ ਨੇ ਕਿਹਾ, ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਪਰਤਾ। ਵਾਕਈ ਉਹਨੂੰ ਭੁੱਲਿਆ ਨਹੀਂ ਕਹਿੰਦੇ। ਫਿਲਹਾਲ ਅਸੀਂ ਹੁਣ ਚੱਲਦੇ ਹਾਂ, ਕਿਉਂਕਿ ਅਸੀਂ ਹੋਰ ਵੀ ਬੜੇ ਕੰਮ ਕਰਨੇ, ਘਰੇ ਜਾਣਾ ਹੀ ਜਾਣਾ ਅਸੀਂ ਵੀ। ਤੇ ਤੁਸੀਂ ਦੇਖਦੇ ਰਹੋ ਪੰਜਾਬ ਦੀ USA TV। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।